ਐਮਐਸਪੀ ਦੀ ਲੋੜ ਹੈ, ਗਰੰਟੀ ਕਾਨੂੰਨ ਦੀ ਲੋੜ ਹੈ ਜਾਂ ਨਹੀਂ? ਸਵਾਲ ਠੀਕ ਕਰੋ, ਗਰੰਟੀ ਜਾਂ ਐਮਐਸਪੀ? ਸਵਾਲ ਮੇਰਾ ਠੀਕ ਨਹੀਂ ਜਾਂ ਕਿਸਾਨਾਂ ਦਾ ਠੀਕ? ਐਮਐਸਪੀ ਦੇ ਲਈ ਕਾਨੂੰਨ ਦੀ ਜ਼ਰੂਰਤ ਨਹੀਂ ਹੈ। ਐਮਐਸਪੀ ਹੈ, ਕਾਨੂੰਨ ਵੀ ਹੈ ਸਰ, ਉਹ ਐਡਮਿਨਿਸਟ੍ਰੇਟਿਵ ਆਰਡਰ ਹੈ ਸਰ। ਐਮਐਸਪੀ ਤੇ ਕਾਨੂੰਨ ਹੈ ਜਾਂ ਨਹੀਂ? ਤੁਸੀਂ ਮੁਖਾਲਫਤ ਕਿਉਂ ਕਰਦੇ ਹੋ? ਸਰਕਾਰ ਨੂੰ ਘਾਟਾ ਪੈ ਜਾਊਗਾ ਜੇ ਐਮਐਸਪੀ? ਨਾ, ਮੇਰਾ ਸਰਕਾਰ ਨਾਲ ਕੋਈ ਸੰਬੰਧ ਨਹੀਂ। ਜਿਹੜੀਆਂ ਕਿਸਾਨ ਜਥੇਬੰਦੀਆਂ ਡਿਮਾਂਡ ਕਰਦੀਆਂ ਪਈਆਂ ਕਿ ਕਾਨੂੰਨ ਬਣਨਾ ਚਾਹੀਦਾ, ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਗਲਤ ਮੰਨਦੇ ਹੋ ਤੁਸੀਂ? ਮੈਂ ਉਹਨਾਂ ਦੇ ਮੰਨਣ ਵਿੱਚ ਉਹਨਾਂ ਦੇ ਪਿੱਛੇ ਮਨਸ਼ਾ ਕੀ, ਦੇਖੋ ਲਫ਼ਜ਼ ਕੁਛ ਨੇ, ਮਨ ਕੁਝ ਹੈ। ਮੈਨੂੰ ਲੱਗਦਾ ਜੇ ਖੁਦਕੁਸ਼ੀਆਂ ਹੋਈਆਂ ਦੇਸ਼ ਵਿੱਚ, ਉਹਦੀ ਵਜ੍ਹਾ ਐਮਐਸਪੀ, ਉਹਦੀ ਵਜ੍ਹਾ ਕਿਸਾਨਾਂ ਨਾਲ ਜਿਹੜੀ ਜ਼ਿਆਦਤੀ ਹੋ ਰਹੀ ਹੈ। ਉਹ ਖੇਤੀ ਕਾਨੂੰਨ ਗਲਤ ਸੀਗੇ, ਜਿਹੜੇ 3 ਖੇਤੀ ਕਾਨੂੰਨ ਜਿਹੜੇ ਰੱਦ ਕੀਤੇ। ਤੁਸੀਂ ਅੱਜ ਵੀ ਖੇਤੀ ਕਾਨੂੰਨਾਂ ਤੇ ਟਿੱਪਣੀ ਕਰਨ ਤੋਂ ਗੁਰੇਜ਼ ਕਿਉਂ ਕਰਦੇ ਹੋ? ਜਿਹੜੇ ਰੱਦ ਹੋ ਗਏ ਨੇ, ਦੱਸੋ ਉੱਤੇ ਕੀ ਹੁਣ ਵਾਪਸ ਆਉਣੇ? ਕਿਸਾਨ ਇਹ ਡਿਮਾਂਡ ਕਰਦੇ ਪਏ, WTO ਚੋਂ ਇੰਡੀਆ ਨੂੰ ਬਾਹਰ ਆ ਜਾਣਾ ਚਾਹੀਦਾ। ਇਹ ਪੋਸੀਬਲ ਹੈ? ਉਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ। ਇਸ ਵੇਲੇ ਹਫਤਾ ਲੈਣ ਵਾਲੀ ਜਿਵੇਂ ਗੱਲ ਹੋ ਗਈ ਹੋਈ ਹੈ ਨਾ, ਭਈ ਦਿਓ ਉੱਥੇ ਧਰਨਾ ਲਗਾਇਆ, ਦਿਓ ਇੰਨੇ। ਸਿੱਧੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹੋ ਕਿ ਉਹ ਪੈਸੇ ਕਮਾ ਰਹੇ ਜਥੇਬੰਦੀ। ਜਦੋਂ ਪਹਿਲਾਂ ਕਿਸਾਨ ਅੰਦੋਲਨ ਸੀਗਾ, ਉਦੋਂ ਵੀ ਇਹ ਸਵਾਲ ਚੁੱਕਿਆ ਕਿ ਪੋਲੀਟੀਕਲ ਮੋਟੀਵੇਟਡ ਇਹ ਅੰਦੋਲਨ ਹੈ, ਤੇ ਅੱਜ ਦੀ ਤਰੀਕ ਵਿੱਚ ਇਹ ਸਵਾਲ ਹੈ? ਪੋਲੀਟੀਕਲ ਪਾਰਟੀਆਂ ਦੇ ਇਹਨਾਂ ਦੇ ਗਰੁੱਪ ਵਿੱਚ ਹੈ ਨਹੀਂ, ਹੈ ਨੇ। ਹਰਾ ਝੰਡਾ ਤੇ ਅੰਦਰ ਲਾਲ ਕਮੀਜ਼, ਉਹ ਦੱਸੋ ਜੇ ਪੋਲਿਟਿਕਸ ਕਰਨੀ ਹੈ ਤਾਂ ਯਾਰ ਸਿੱਧੇ ਹੋ ਕੇ ਕਰੋ। ਤੁਸੀਂ ਸ਼ੱਕ ਇਹਨਾਂ ਸਾਰਿਆਂ ਤੇ ਕਰ ਰਹੇ ਹੋ, ਤੁਸੀਂ ਖੇਤੀ ਕਾਨੂੰਨਾਂ ਤੇ ਸ਼ੱਕ ਨਹੀਂ ਪ੍ਰਗਟਾ ਰਹੇ। ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਦੀ ਮੰਗ ਹੈ ਜਿਹੜੀ, ਉਸ ਨੂੰ ਭੁਪਿੰਦਰ ਸਿੰਘ ਮਾਨ ਰਿਜੈਕਟ ਕਰ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਕਿਸਾਨਾਂ ਦੀਆਂ ਮੰਗਾਂ ਕੀ ਨੇ? ਦੇਸ਼ ਵਿੱਚ ਵੀ ਇਹ ਚਰਚਾ ਬਹੁਤ ਵੱਡੇ ਪੱਧਰ ਤੇ ਉੱਠ ਰਹੀ ਹੈ, ਤੇ ਦੇਸ਼ ਤੋਂ ਬਾਹਰ ਯੂਰਪ ਤੱਕ ਇਹ ਚਰਚਾ ਉੱਠਦੀ ਪਈ ਹੈ। ਉਹਨਾਂ ਵਿੱਚ ਕਿਸਾਨ, ਉਹਨੂੰ ਅੰਨਦਾਤਾ ਤਾਂ ਕਿਹਾ ਜਾਂਦਾ, ਪਰ ਅੰਨਦਾਤਾ ਦੀ ਸੁਣੀ ਕਿੰਨੀ ਜਾਂਦੀ ਹੈ? ਸਵਾਲ ਬਹੁਤ ਸਾਰੇ ਆ। ਇਸੇ ਬਾਬਤ ਚਰਚਾ ਕਰਾਂਗੇ। ਅੱਜ ਉਹ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਜਦੋਂ ਦਿੱਲੀ ਦੇ ਵਿੱਚ ਬਹੁਤ ਵੱਡਾ ਮੋਰਚਾ ਲੱਗਿਆ, ਤੇ ਉਸ ਮੋਰਚੇ ਦੇ ਵਿੱਚ ਉਹ ਨਾਮ ਬਹੁਤ ਚਰਚਾ ਵਿੱਚ ਰਿਹਾ। ਅੱਜ ਵੀ ਉਹ ਨਾਮ ਚਰਚਾ ਵਿੱਚ ਹੈ। ਅੱਜ ਚਰਚਾ ਦਾ ਸੰਦਰਭ ਕੀ ਹੈ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਵਰ੍ਹਿਆਂ ਤੋਂ ਇੱਕ ਭਾਰਤੀ ਕਿਸਾਨ ਯੂਨੀਅਨ ਜਿਹਦਾ ਗਠਨ ਹੋਇਆ ਸੀਗਾ, ਉਹਨੂੰ ਅਗਵਾਈ ਕਰ ਰਹੇ ਨੇ ਫਾਰਮਰ ਐਮਪੀ ਨੇ ਭੁਪਿੰਦਰ ਸਿੰਘ ਮਾਨ ਸਾਡੇ ਨਾਲ ਨੇ। ਮਾਨ ਸਾਹਿਬ, ਬਹੁਤ ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ। ਕੀ ਹਾਲ ਹੈ ਤੁਹਾਡਾ? ਮਾਨ ਸਾਹਿਬ, ਤੁਸੀਂ ਇੱਕ ਸਟੇਟਮੈਂਟ ਦਿੱਤੀ ਐਮਐਸਪੀ ਤੇ, ਮੈਂ ਉੱਥੇ ਸ਼ੁਰੂ ਕਰੂੰਗਾ। ਐਮਐਸਪੀ ਦੀ ਲੋੜ ਹੈ, ਗਰੰਟੀ ਕਾਨੂੰਨ ਦੀ ਲੋੜ ਹੈ ਜਾਂ ਨਹੀਂ? ਸਵਾਲ ਠੀਕ ਕਰੋ, ਗਰੰਟੀ ਜਾਂ ਐਮਐਸਪੀ? ਐਮਐਸਪੀ ਠੀਕ ਹੈ, ਲੇਕਿਨ ਐਮਐਸਪੀ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸਵਾਲ ਮੇਰਾ ਠੀਕ ਨਹੀਂ ਜਾਂ ਕਿਸਾਨਾਂ ਦਾ ਠੀਕ ਨਹੀਂ? ਮੈਂ ਸਮਝਦਾ ਤੁਸੀਂ ਇਹਨੂੰ, ਆਪਾਂ ਗੱਲ ਕਰ ਰਹੇ ਹਾਂ ਨਾ ਇੱਕ ਦੂਜੇ ਨਾਲ, ਸਮਝਣ ਦੀ ਕੋਸ਼ਿਸ਼ ਕਰੀਏ। ਐਮਐਸਪੀ ਗਰੰਟੀ ਤੇ ਐਮਐਸਪੀ ਨੂੰ ਸਮਝਣਾ ਉਹ ਬੜਾ ਜ਼ਰੂਰੀ ਹੈ ਜੀ। ਐਮਐਸਪੀ ਹੈ ਮਿਨੀਮਮ ਸਪੋਰਟ ਪ੍ਰਾਈਸ, ਕਿ ਜੇ ਇਸ ਤੋਂ ਉੱਤੇ ਕੀਮਤ ਜਾਵੇ ਤੇ ਗਵਰਨਮੈਂਟ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਲੇਕਿਨ ਹੋ ਇਹ ਰਿਹਾ ਹੈ ਕਿ ਉੱਤੇ ਜਾਏ ਨਾ ਕੀਮਤ, ਇਹ ਬੰਨ ਨੂੰ ਬੰਨ ਕੇ ਤੇ ਗਵਰਨਮੈਂਟ ਨੇ ਸਾਨੂੰ ਸਾਰਿਆਂ ਦੀ ਘੇਰਾਬੰਦੀ ਕੀਤੀ ਹੋਈ ਹੈ। ਤੁਹਾਨੂੰ ਮੈਂ ਦੱਸਾਂ, ਇਹਨੂੰ ਤੁਹਾਨੂੰ ਸਮਝਾਉਣ ਲਈ ਮੈਂ ਗੱਲ ਕਰਦਾ ਜੀ, ਕਿ ਅਸੀਂ 5 ਕਿਲੋ ਕਣਕ ਸਿਰ ਤੇ ਚੁੱਕ ਕੇ ਬਟਾਲੇ ਤੋਂ ਚੱਲ ਕੇ ਪਠਾਨਕੋਟ ਝੋ ਕੇ ਡਮਟਾਲ ਪਿੰਡ ਦਾ, ਤੁਹਾਨੂੰ ਅੰਦਾਜ਼ਾ ਹੋਏਗਾ, ਡਮਟਾਲ ਹਿਮਾਚਲ 'ਚ ਹੈ, ਪਠਾਨਕੋਟ ਤੋਂ ਸਾਰਾ 3 ਕਿਲੋਮੀਟਰ ਦੂਰ ਹੈ। ਉੱਥੇ ਖੜਦੇ ਸੀ ਤੇ ਸਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਕਿ ਇਹ ਤੁਸੀਂ ਕਣਕ ਦੀ ਸਮਗਲਿੰਗ ਕਰ ਰਹੇ ਹੋ। ਸਮਗਲਿੰਗ ਦੇ ਦੋਸ਼ ਵਿੱਚ ਸਾਨੂੰ ਸਜ਼ਾ ਹੁੰਦੀ ਸੀ। ਅਸੀਂ ਮਹੀਨਾ 31 ਦਿਨ ਸਜ਼ਾਵਾਂ ਕੱਟੀਆਂ ਨੇ, ਇਹ ਕਿ ਇਹਨਾਂ ਨੇ ਕਣਕ ਦੀ ਸਮਗਲਿੰਗ ਕਰਦੇ ਫੜੇ ਗਏ ਨੇ। ਅਸੀਂ ਮੰਨਦੇ ਸਾਂ ਵੀ ਹਾਂ, ਅਸੀਂ ਕਣਕ ਲੈ ਕੇ ਚੱਲੇ ਸਾਂ। ਆਪਣੀ ਕਣਕ ਨੂੰ ਆਪਣੇ ਨਾਲ ਦੇ ਸੂਬੇ ਵਿੱਚ ਸਾਨੂੰ 5 ਕਿਲੋ ਕਣਕ ਖੜਨ ਦੇ ਉੱਤੇ ਇਜਾਜ਼ਤ ਨਹੀਂ ਸੀ ਹੈਗੀ। ਇਹਦਾ ਮਤਲਬ ਘੇਰਾਬੰਦੀ ਹੈ ਨਾ। ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਾਂ। ਮੈਂ ਪਾਰਲੀਮੈਂਟ ਸੀ, 95 ਦੀ ਗੱਲ ਹੈ।
ਪਾਰਲੀਮੈਂਟ ਵਿੱਚੋਂ ਅਸੀਂ ਇਹ ਸੋਚਿਆ, ਉਹ ਮੈਂ ਕਿਉਂ ਹਿਮਾਚਲ 'ਚ ਖੜਦੇ ਸਾਂ, ਕਿਉਂਕਿ ਇੱਥੇ ਕਣਕ ਦਾ ਭਾਅ ਉਸ ਵੇਲੇ 76 ਰੁਪਏ ਸੀ, ਸ਼ਾਇਦ ਨਹੀਂ 150 200 ਸੀ। ਉਸ ਵੇਲੇ ਹਿਮਾਚਲ 'ਚ ਉਸ ਤੋਂ ਡਬਲ ਸੀ। ਸਾਨੂੰ ਖੜਨ ਦੀ ਇਜਾਜ਼ਤ ਨਹੀਂ ਸੀ ਬਿਕੋਜ਼ ਆਫ ਇਸੈਂਸ਼ੀਅਲ ਕਮੋਡਿਟੀਜ਼ ਐਕਟ। ਅੱਗੇ ਆਓ 95, ਮੈਂ ਪਾਰਲੀਮੈਂਟ ਮੈਂਬਰ ਹਾਂ ਉਸ ਵੇਲੇ। ਅਸੀਂ ਇੱਕ ਕਣਕ ਦੀ ਟਰਾਲੀ ਇੱਥੋਂ ਚੰਡੀਗੜ੍ਹ ਤੋਂ ਲੈ ਕੇ ਤੁਰੇ ਤੁਹਾਡੇ ਸ਼ਹਿਰ 'ਚੋਂ ਕਿ ਅਸੀਂ ਮਹਾਰਾਸ਼ਟਰ ਲੈ ਕੇ ਚੱਲੇ ਹਾਂ ਵਰਧਾ। ਸਾਨੂੰ ਡੇਰਾਬੱਸੀ ਘੇਰ ਲਿਆ, ਟਰਾਲੀ ਇੰਪਾਊਂਡ ਕਰ ਲਈ, ਮੈਨੂੰ ਗ੍ਰਿਫਤਾਰ ਕਰ ਲਿਆ, ਹੋਰ ਵੀ ਜਿਹੜੇ ਨਾਲ ਸੀ ਗ੍ਰਿਫਤਾਰੀ ਹੋ ਗਈ। ਇਸ਼ੂ ਕੀ ਹੈ ਕਿ ਘੇਰਾਬੰਦੀ ਪੰਜਾਬ ਦੀ ਹੈ। ਹੁਣ ਪੰਜਾਬ ਵਿੱਚ ਜਦੋਂ ਕਣਕ ਸਰਪਲਸ ਹੈ, ਉਹਨੂੰ ਕਿਤੇ ਖੜਨ ਦੀ ਇਜਾਜ਼ਤ ਨਹੀਂ, ਉਹ ਹੈ ਘੇਰਾਬੰਦੀ ਬਿਕੋਜ਼ ਆਫ ਇਸੈਂਸ਼ੀਅਲ ਕਮੋਡਿਟੀਜ਼ ਐਕਟ। ਹੁਣ ਤੁਸੀਂ ਆਖੋਗੇ ਫਿਰ ਕੀ ਇਸੈਂਸ਼ੀਅਲ ਕਮੋਡਿਟੀ ਐਕਟ, ਤੁਸੀਂ ਕੋਰਟ ਵਿੱਚ ਚਲੇ ਜਾਂਦੇ। ਵਿਧਾਨ ਸਾਡਾ ਬਣਿਆ ਸਨ 51 ਵਿੱਚ ਲੱਗਾ। 51 ਵਿੱਚ ਪਹਿਲੀ ਅਮੈਂਡਮੈਂਟ 11 ਮਹੀਨੇ ਬਾਅਦ ਜਿਹੜੀ ਹੋਈ ਉਹ ਸੀ ਵਿਧਾਨ 'ਚ 9th ਸ਼ੈਡਿਊਲ ਪਾਉਣਾ। ਹੁਣ ਅਸੀਂ ਆਪਾਂ ਸਾਰੇ ਇੱਕ ਦੂਜੇ ਨੂੰ ਸਮਝਦੇ ਹਾਂ ਕਿ ਇਹ ਦੇਸ਼ ਸਾਰਿਆਂ ਲਈ ਜਸਟਿਸ ਸਾਰਿਆਂ ਨੂੰ ਇਕੁਅਲ ਦਿੰਦਾ, ਬਰਾਬਰ ਦਿੰਦਾ, ਨਿਆਂ ਹਰ ਇੱਕ ਲਿਆ। ਲੇਕਿਨ 9th ਸ਼ੈਡਿਊਲ ਨੇ ਜਨਾਬ ਅਲੀ ਇਹ ਕਰ ਦਿੱਤਾ ਕਿ ਮੈਂ ਕੋਰਟ ਵਿੱਚ ਨਹੀਂ ਜਾ ਸਕਦਾ, ਕਿ ਮੈਨੂੰ ਇੱਥੇ ਰੋਕਦੇ ਕਿਉਂ ਨੇ। ਹੁਣ ਕੋਰਟ ਮੈਨੂੰ ਸੁਣ ਨਹੀਂ ਸਕਦੀ। ਹੁਣ ਇਹ ਦੱਸੋ ਭਈ ਉਹ MSP ਉਸ ਵੇਲੇ ਜਿਹੜੀ ਮੇਰੀ ਸੀ, ਉਹਨੂੰ ਮੈਂ ਇੱਧਰ ਉੱਧਰ ਖੜਨ ਦੀ ਕੋਸ਼ਿਸ਼ ਕਰਦਾ ਸਾਂ ਤੇ ਉਹ ਖੜ ਨਹੀਂ ਦਿੰਦੇ। ਹੁਣ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਉਹ ਇਹ ਕਹਿੰਦਾ ਠੀਕ ਹੈ, ਜਿਹੜੀ ਗੱਲ ਹਾਈਲਾਈਟ ਹੋਈ ਹੈ C2 plus 50% ਦੀ, ਠੀਕ ਹੈ, ਲੇਕਿਨ ਨਾਲ ਹੀ ਇਹ ਵੀ ਆਪਾਂ ਕਿਉਂ ਨਹੀਂ ਸਮਝਦੇ ਕਿ ਉਸ ਕਮੇਟੀ ਦੀ ਉਹ ਸਵਾਮੀਨਾਥਨ ਉਹਨਾਂ ਦੇ ਵਿੱਚ ਇਹ ਵੀ ਹੈ ਕਿ ਇਹ ਜਿਹੜੀ ਹੈ ਇੰਟਰਨੈਸ਼ਨਲ ਮਾਰਕੀਟ ਵੀ ਖੁੱਲ੍ਹੇਗੀ, ਮੰਡੀ ਜਿਹੜੀ ਓਪਨ ਹੋਏਗੀ, ਜਿੱਥੇ ਖੜ ਸਕਣ ਖੜਨ ਦੀ ਇਜਾਜ਼ਤ ਹੋਏਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਘੇਰਿਆ ਹੋਇਆ। ਮੈਂ ਸਮਝਦਾ ਕਿ ਸਰਕਾਰ ਨੂੰ ਇਹ ਘੇਰਾਬੰਦੀ ਕਰਨੀ ਬੰਦ ਕਰਨੀ ਚਾਹੀਦੀ। ਮੇਰੇ ਸਵਾਲ ਬੜੇ ਸਿੱਧੇ ਹੋਣਗੇ ਮਾਨ ਸਾਹਿਬ, ਜੋ ਆਮ ਜਨਤਾ ਦੀ ਭਾਸ਼ਾ ਵਿੱਚ। ਮੈਂ ਬੜਾ ਸਿੱਧਾ ਸਵਾਲ ਕਰਨਾ ਮਾਨ ਸਾਹਿਬ। ਸਿੱਧੇ ਕਰੋ ਮਾਨ ਸਾਹਿਬ, ਮੈਨੂੰ ਇੱਕ ਚੀਜ਼ ਸਮਝਾ ਦਿਓ ਤੁਸੀਂ, MSP ਦੇ ਲਈ ਕਾਨੂੰਨ ਦੀ ਜ਼ਰੂਰਤ ਨਹੀਂ ਹੈ। ਇਹ ਸਿੱਧੇ ਸ਼ਬਦਾਂ ਵਿੱਚ ਮੈਨੂੰ ਦੱਸੋ। MSP ਹੈ, ਕਾਨੂੰਨ ਵੀ ਹੈ, ਲੇਕਿਨ ਸਰ ਉਹ ਐਡਮਿਨਿਸਟ੍ਰੇਟਿਵ ਆਰਡਰ ਹੈ ਸਰ, MSP ਤੇ ਕਾਨੂੰਨ ਹੈ ਜਾਂ ਨਹੀਂ ਹੈ? MSP ਜਿਹੜੀ ਹੈ ਉਹ ਇਸ ਵੇਲੇ ਹੈ, ਸਾਰੇ ਚੱਲਦੀ ਪਈ ਹੈ। ਔਰ MSP ਜਿਹੜੀ ਹੈ ਉਹਨੂੰ ਜਿਹੜਾ ਇਸੈਂਸ਼ੀਅਲ ਕਮੋਡਿਟੀ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ, ਉਹ ਸਾਰੀ ਗੜਬੜ ਹੈ। ਸਰ 23 ਫਸਲਾਂ ਤੇ MSP ਮਿਲਦੀ ਹੈ ਜ਼ਮੀਨ ਤੇ? ਜਿਹੜੀ MSP ਤੁਸੀਂ 23 ਫਸਲਾਂ ਦੀ ਗੱਲ ਕਰਦੇ ਹੋ, ਉਹ 23 ਫਸਲਾਂ ਦੀ MSP ਜਿਹੜੀ ਹੈ ਰਿਕਮੈਂਡੇਸ਼ਨ ਹੈ ਮਾਰਕੀਟ ਓਪਨ ਹੋਣ ਦਿਓ। ਮਾਰਕੀਟ ਕਿਉਂ ਨਹੀਂ ਓਪਨ ਹੋਣ ਦਿੰਦੇ ਤੁਸੀਂ? ਮਾਰਕੀਟ ਜਿਹੜੀ ਹੈ ਉਹਨੂੰ ਓਪਨ ਕਰੋ, ਔਰ ਜਿਹੜੀਆਂ ਰਿਕਮੈਂਡੇਸ਼ਨਸ ਨੇ ਉਸ ਤੋਂ ਉੱਤੇ ਜਾਏਗਾ ਸਭ ਕੁਝ। ਦੁਨੀਆ ਦੀ ਮੰਡੀ ਤੇ ਵੇਖੋ। ਸਰ ਤੁਸੀਂ ਇਨਸ਼ੋਰ ਇਨਕਮ ਕਿਵੇਂ ਕਰੋਗੇ ਕਿਸਾਨ ਨੂੰ? ਮੈਨੂੰ ਉਹਦਾ ਫਾਰਮੂਲਾ ਦੱਸ ਦਿਓ ਸਰ। ਛੱਡੋ ਸਰ C2 ਨੂੰ ਛੱਡੋ, A2 K2 ਸਭ ਛੱਡੋ ਸਰ। ਤੁਸੀਂ ਮੈਨੂੰ ਇਨਸ਼ੋਰ ਇਨਕਮ ਦੱਸ ਦਿਓ ਕਿਸਾਨ ਨੂੰ ਕਿਵੇਂ ਮਿਲੂਗੀ। ਉਹਦਾ ਹੱਕ ਨਹੀਂ ਸਰ ਉਹਦੇ ਬੱਚਿਆਂ ਨੂੰ ਸਿੱਖਿਆ ਮਿਲੇ, ਉਹਦਾ ਹੱਕ ਨਹੀਂ ਗਾ ਕਿ ਉਹਨੂੰ ਸਿਹਤ ਸੁਵਿਧਾਵਾਂ ਚੰਗੀਆਂ ਮਿਲਣ, ਉਹਦਾ ਹੱਕ ਨਹੀਂ ਗਾ ਕਿ ਉਹਨੂੰ ਬੀਮੇ ਮਿਲਣ, ਉਹਦਾ ਹੱਕ ਨਹੀਂ ਸਰ। ਇਹ ਹੱਕ ਡਿਨਾਈ ਕਿਹਨੇ ਕੀਤਾ? ਇਹ ਹੈਗਾ। ਮੈਂ ਕਿਸਾਨ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰਦਾ। ਹੱਕ ਨਹੀਂ ਮੇਰਾ ਕਿ ਮੈਨੂੰ ਮੇਰੀ ਜਿਹੜੀ ਪ੍ਰੋਡਿਊਸ ਪੈਦਾ ਕਰਦਾ ਉਹਦੇ ਤੋਂ ਮੈਂ ਜੋ ਵੈਲਿਊ ਐਡ ਕਰਨੀ ਚਾਹਾਂ ਤੇ ਕਰ ਲਾਂ। ਮੈਂ ਆਪਣੇ ਝੋਨੇ ਨੂੰ ਅਗਰ ਛੱਡ ਕੇ ਉਹ 'ਚੋਂ ਚੌਲ ਕੱਢਣੇ ਚਾਹਾਂ ਤੇ ਕਰ ਲਾਂ। ਉਹ ਮੈਨੂੰ ਇਜਾਜ਼ਤ ਨਹੀਂ ਨਾ ਹੈਗੀ, ਮੇਰੀ ਹੋਰ ਵੈਲਿਊ ਐਡ ਕਰਨ ਦੀ ਮੈਨੂੰ ਇਜਾਜ਼ਤ ਨਹੀਂ। ਇਹ ਮਸਲਾ ਹੈ ਸਾਰਾ। ਉਹਦੇ 'ਚ ਮੈਂ ਜਦੋਂ ਮੇਰੀ ਇਕੋਨਮੀ ਨਹੀਂ ਸੁਧਰਦੀ, ਉਹਦੇ ਨਾਲ ਮੇਰੇ ਬੱਚਿਆਂ ਦੀ ਐਜੂਕੇਸ਼ਨ ਨਹੀਂ ਹੁੰਦੀ, ਉਹਦੇ ਨਾਲ ਮੇਰੀ ਇਕੋਨਮੀ ਨਹੀਂ ਸੁਧਰਦੀ, ਮੈਂ ਕੋਈ ਇੰਡਸਟਰੀਲਾਈਜ਼ ਨਹੀਂ ਕਰ ਸਕਦਾ। ਇੰਡਸਟਰੀ ਹੋਰ ਕਿਸੇ ਨੇ ਕਿਉਂ ਕਰਨੀ ਹੈ? ਮੈਂ ਕਿਉਂ ਨਹੀਂ ਕਰ ਸਕਦਾ? ਆਪਣੀ ਛੋਟੀ ਜਿਹੀ ਝੋਨੇ ਨੂੰ ਮੈਂ ਛੱਡ ਕੇ ਕਿਉਂ ਨਹੀਂ ਵੇਚ ਸਕਦਾ? ਤੁਹਾਨੂੰ ਫਿਰ ਮੈਂ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ। ਪਾਰਲੀਮੈਂਟ ਵਿੱਚ ਮੈਂ ਇੱਕ ਸਵਾਲ ਰੇਜ਼ ਕੀਤਾ। ਉਹ ਸਵਾਲ ਇਹ ਸੀ ਕਿ ਮੈਂ ਝੋਨਾ ਪੈਦਾ ਕਰਦਾ, ਉਸ ਝੋਨੇ ਤੋਂ ਮੈਂ ਛਿੱਲੜ ਲਾ ਕੇ ਤੇ ਵਿੱਚੋਂ ਚੌਲ ਕੱਢਣੇ ਚਾਹੁੰਦਾ, ਮੈਨੂੰ ਇਜਾਜ਼ਤ ਹੈ?
ਪਾਰਲੀਮੈਂਟ ਮੈਨੂੰ ਇਹ ਜਵਾਬ ਮਿਲਿਆ ਹੋਇਆ ਜਨਾਬ। ਪਾਰਲੀਮੈਂਟ ਨੇ ਮੈਨੂੰ ਇਹ ਗੱਲ ਆਖੀ, ਉੱਥੇ ਐਗਰੀਕਲਚਰ ਮਿਨਿਸਟਰ ਨੇ, ਕਾਮਰਸ ਮਿਨਿਸਟਰ ਨੇ, ਈਵਨ ਨਰਸਿਮਹਾ ਰਾਓ ਉਸ ਵੇਲੇ ਪ੍ਰੈਜ਼ੀਡੈਂਟ ਸੀਗੇ, ਕਿ ਤੂੰ ਇਹ ਨਹੀਂ ਕਰ ਸਕਦਾ, ਇਹ ਕਰਨਾ ਹੋਏਗਾ ਤੇ ਤੈਨੂੰ ਲਾਇਸੈਂਸ ਲੈਣਾ ਪਏਗਾ। ਲਾਇਸੈਂਸ ਦੀਆਂ ਪ੍ਰੋਵੀਜ਼ਨਸ ਇਦਾਂ ਦੀਆਂ ਨੇ ਕਿ ਮੇਰਾ ਸਾਰਾ ਪਰਪਸ ਹੀ ਡਿਫੀਟ ਹੋ ਜਾਂਦਾ। ਮੈਨੂੰ ਕਰਨ ਨਹੀਂ ਕੋਈ ਦਿੱਤਾ, ਕਿਸਾਨ ਨੂੰ ਕਰਨ ਨਹੀਂ ਕੋਈ ਦਿੰਦੇ ਮਹਾਰਾਜ। ਸਰ ਮੈਨੂੰ ਸਰ ਮੈਂ ਚਾਹੁੰਦਾ ਵੀ ਮੈਂ ਸਮਝ ਜਾਵਾਂ, ਮੈਨੂੰ ਨਹੀਂ ਸਮਝ ਆ ਰਿਹਾ। ਉਹ ਤੁਸੀਂ ਐਮਐਸਪੀ ਤੇ ਜਿਹੜੀ ਇਹ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਪਏ ਆ, ਤੁਸੀਂ ਉਹਦੀ ਮੁਖਾਲਫਤ ਕਰਦੇ ਹੋ ਸਰ? ਕਾਨੂੰਨੀ ਗਰੰਟੀ ਜਿਹੜੀ ਹੈ ਉਹ ਤੁਸੀਂ ਸਮਝਦੇ ਹੋ ਕਿ ਕਾਨੂੰਨੀ ਗਰੰਟੀ ਹੋ ਕੇ ਹੀ ਹੋਏਗੀ ਸਾਰੀ ਗੱਲ। ਐਮਐਸਪੀ ਇਸ ਵੇਲੇ ਹੈਗੀ ਹੈ, ਲੇਕਿਨ ਕਾਨੂੰਨੀ ਗਰੰਟੀ ਕਰਕੇ ਜੇ ਪਰਚੇਜ਼ਰ ਕੋਈ ਨਹੀਂ ਆਉਂਦਾ, ਜੇ ਅੱਗੋਂ ਮਾਰਕੀਟ ਖਤਮ ਹੋ ਜਾਂਦੀ ਹੈ, ਦੱਸੋ ਕੀ ਕਰੋਗੇ? ਸਰ ਪਰਚੇਜ਼ਰ ਕਿਉਂ ਨਹੀਂ ਆਊਗਾ? ਤੁਸੀਂ ਇਹ ਕਿਉਂ ਕਹਿਣਾ ਚਾਹ ਰਹੇ ਹੋ ਕਿ ਸਰਕਾਰ ਹੀ ਪਰਚੇਜ਼ਰ ਹੋਊਗੀ? ਮੈਂ ਨਹੀਂ ਆਂਦਾ ਸਰਕਾਰ ਪਰਚੇਜ਼ ਹੋਵੇ, ਮੈਂ ਨਾ ਓਪਨ ਮਾਰਕੀਟ ਕਰੋ, ਲੇਕਿਨ ਓਪਨ ਕਰਨ ਲਈ ਤੁਸੀਂ ਇਦਾਂ ਕਿਉਂ ਬੰਦੇ ਹੋ ਕਿ ਇਹਨੂੰ ਕਾਨੂੰਨੀ ਇਸ ਤਰ੍ਹਾਂ ਦਾ ਜਾਮਾ ਦਿਓ ਜਿਹਦੇ ਨਾਲ ਪਰਚੇਜ਼ਰ ਜਿਹੜਾ ਉਹ ਮਾਰਕੀਟ ਚੋਂ ਬਾਹਰ ਕਰ ਦਿਓ। ਸਿਰਫ ਐਫਸੀਆਈ ਤੇ ਸਰਕਾਰੀ ਅਦਾਰੇ ਹੀ ਉਹਦੇ ਪਰਚੇਜ਼ ਕਰ ਸਕਣ, ਉਹਨੂੰ ਓਪਨ ਕਿਉਂ ਨਹੀਂ ਕਰਦੇ? ਤੁਸੀਂ ਮੁਖਾਲਫਤ ਕਿਉਂ ਕਰਦੇ ਹੋ? ਸਰਕਾਰ ਨੂੰ ਘਾਟਾ ਪੈ ਜਾਊਗਾ ਜੇ ਐਮਐਸਪੀ? ਨਾ ਮੇਰਾ ਸਰਕਾਰ ਨਾਲ ਕੋਈ ਸੰਬੰਧ ਨਹੀਂ। ਮੇਰਾ ਸ਼ੁਰੂ ਤੋਂ ਲੈ ਕੇ ਉਸ ਵੇਲੇ ਜਦੋਂ ਮੈਂ ਦੱਸੀਏ 5 ਕਿਲੋ ਕਣਕ ਇੱਥੋਂ ਲੈ ਕੇ ਜਾਂਦੇ ਸਾਂ, ਉਸ ਤੋਂ ਵੀ ਪਹਿਲਾਂ ਤੋਂ ਉਸ ਵੇਲੇ ਸਰਕਾਰ ਜਿਹੜੀ ਕੋਈ ਇਹ ਨਹੀਂ ਸੀ ਜਿਹੜੀ ਅੱਜ ਦੀ ਸਰਕਾਰ ਹੈ, ਉਦੋਂ ਤੋਂ ਇਹ ਸਾਰਾ ਮੁਸ਼ਕਲਾਂ ਚੱਲਦੀਆਂ ਪਈਆਂ ਨੇ ਖੇਤੀ ਨਾਲ। ਔਰ ਖੇਤੀ ਦੀਆਂ ਮੁਸ਼ਕਲਾਂ ਜਿਹੜੀਆਂ ਨੇ, ਖੇਤੀ 'ਚੋਂ ਕੈਪੀਟਲ ਜਿਹੜਾ ਅਸੀਂ ਜਨਰੇਟ ਕਰਦੇ ਹਾਂ ਉਹ ਕੱਢ ਕੇ ਕਿਸੇ ਹੋਰ ਦੇ ਹੱਥ ਵਿੱਚ ਦੇਣਾ, ਸਾਨੂੰ ਨਾ ਕਰਨ ਦੇਣਾ। ਸਾਨੂੰ ਮੁਕਾਬਲਾ ਜਿਹੜਾ ਹੈ ਪੰਜਾਬ ਦੀ ਖੇਤੀ ਜਾਂ ਇੰਡੀਆ ਦੀ ਖੇਤੀ ਨੂੰ ਅਮਰੀਕਾ ਨਾਲ ਕਰਨ ਵਾਲੇ ਜਿਹੜੇ ਨੇ, ਜਾਪਾਨ ਨਾਲ ਕਿਉਂ ਨਹੀਂ ਕਰਦੇ? ਜਾਪਾਨ ਨੇ ਉੱਥੋਂ ਦੀ ਖੇਤੀ ਨੂੰ ਉਹ ਇੰਡਸਟਰੀਅਲਾਈਜ਼ ਹੋਣ ਦਿੱਤਾ, ਖੇਤੀ ਤੋਂ ਹੋਣ ਦਿੱਤਾ, ਸਾਨੂੰ ਨਹੀਂ ਹੋਣ ਦਿੱਤਾ। ਚਲੋ ਇੱਕ ਛੋਟਾ ਜਿਹਾ ਵਕਫਾ ਲੈਣਾ ਸਰ, ਮੈਂ ਵਾਪਸ ਆ ਰਿਹਾ। ਭੁਪਿੰਦਰ ਸਿੰਘ ਮਾਨ ਜੋ ਕਹਿ ਰਹੇ ਆ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਵੀ ਸਮਝਿਓ। ਸਵਾਲ ਬਹੁਤ ਸਾਰੇ ਆ, ਪਰ ਇਹਨਾਂ ਸਵਾਲਾਂ ਦੇ ਵਿੱਚ ਉਲਝਣ ਬਹੁਤ ਸਾਰੀ ਹੈ। ਇਹ ਉਲਝਣ ਨੂੰ ਸੁਲਝਾਉਣ ਦੇ ਲਈ ਅੱਜ ਬੈਠੇ ਆ। ਕਿੰਨੀ ਸੁਲਝਦੀ ਹੈ, ਉਮੀਦ ਕਰਦੇ ਆ ਕਿ ਸ਼ਾਇਦ ਤੁਹਾਨੂੰ ਸਮਝ ਆ ਜਾਵੇ। ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਮਾਨ ਸਾਹਿਬ, ਜੋ ਪ੍ਰਧਾਨ ਮੰਤਰੀ ਨੇ ਚੀਫ ਮਿਨਿਸਟਰ ਹੁੰਦਿਆਂ ਡਿਮਾਂਡ ਕੀਤੀ ਸੀਗੀ, ਤੁਸੀਂ ਉਸ ਡਿਮਾਂਡ ਦੇ ਵਿਰੁੱਧ ਹੋ? ਜਿਹੜੀ ਪ੍ਰਧਾਨ ਮੰਤਰੀ ਨੇ ਉਸ ਵੇਲੇ ਪੋਲੀਟੀਕਲ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹ ਪੋਲੀਟੀਕਲ ਗੱਲਾਂ ਅੱਜ ਵੀ ਜਿਹੜੀਆਂ ਕਈ ਪੋਲੀਟੀਕਲ ਹੋ ਰਹੀਆਂ ਨੇ, ਉਹਨਾਂ ਵਿੱਚ ਕੁਝ ਨਹੀਂ ਹੁੰਦਾ। ਮੈਨੂੰ ਉਹਨਾਂ ਨਾਲ ਕੋਈ ਇੰਟਰਸਟ ਨਹੀਂ। ਮੇਰਾ ਇੰਟਰਸਟ ਹੈ ਕਿ ਮੇਰੀ ਖੇਤੀ ਜਿਹੜੀ ਹੈ ਉਹ ਸਿਕਿਉਰ ਹੋਣੀ ਚਾਹੀਦੀ ਹੈ। ਉਸ ਖੇਤੀ ਦੀ ਜਿਹੜੀ ਆਮਦਨ ਹੈ ਉਹ ਸਿਕਿਉਰ ਹੋਣੀ ਚਾਹੀਦੀ ਹੈ। ਖੇਤੀ ਜਿਹੜਾ ਮੈਂ ਕੰਮ ਕਰਦਾ ਉਹ ਅੱਗੇ ਵਧਣਾ ਚਾਹੀਦਾ। ਉਦੋਂ ਮਿਸਟਰ ਮੋਦੀ ਨੇ ਪੋਲੀਟੀਕਲ ਗੇਨ ਲਈ ਇਹ ਸਟੇਟਮੈਂਟ ਜਾਂ ਇਹ ਸਭ ਕੁਝ ਪ੍ਰਕਿਰਿਆ ਨੂੰ ਆਰੰਭਿਆ ਸੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਇਹ ਸਾਰੇ ਹੀ ਕਰਦੇ ਨੇ। ਕਿਸੇ ਇੱਕ ਨਾਂ ਲੈਂਦੇ ਹੋ ਤੁਸੀਂ, ਨਹਿਰੂ ਤੋਂ ਕਿਉਂ ਨਹੀਂ ਸ਼ੁਰੂ ਕਰਦੇ? ਮੋਦੀ ਤੋਂ ਕਿਉਂ ਨਹੀਂ ਕਰਦੇ? ਉਹ ਸਾਰਿਆਂ ਤੋਂ ਹੋਰ ਅੱਗੇ ਅੱਗੇ ਤੁਰੇ, ਉਹ ਸਾਰਿਆਂ ਤੋਂ ਕਿਉਂ ਨਹੀਂ ਕਰਦੇ? ਇਹ ਸਾਰਾ ਜਿਹੜਾ ਸਿਸਟਮ ਹੈ ਉਹ ਸਾਰਾ ਇਸ ਤਰ੍ਹਾਂ ਦਾ ਹੈ ਕਿ ਖੇਤੀ ਜਿਹੜਾ ਕੈਪੀਟਲ ਜਨਰੇਟ ਕਰਦੀ ਹੈ, ਉਹ ਕੈਪੀਟਲ ਖੇਤੀ ਵਾਲਿਆਂ ਕੋਲੋਂ ਲੈ ਕੇ ਇੱਕ ਢੰਗ ਨਾਲ ਇਕਨੋਮੀ ਦਾ ਇਹ ਸਮਝਦੇ ਨੇ ਇਕਨੋਮਿਸਟ ਕਿ ਇਹਨਾਂ ਕੋਲ ਲੈ ਕੇ ਤੇ ਹੋਰ ਲੋਕਾਂ ਦੇ ਹੱਥ ਵਿੱਚ ਦਿਓ ਤੇ ਉਹ ਦੇਸ਼ ਨੂੰ ਇੰਡਸਟਰੀਅਲਾਈਜ਼ ਕਰਨ। ਕਿਸਾਨ ਨੂੰ ਕਿਉਂ ਨਹੀਂ ਉਹਦੇ ਹੱਥ 'ਚ ਰਹਿਣ ਦਿੰਦੇ ਉਹ ਕੈਪੀਟਲ? ਜਿਹੜੀ ਮੈਂ ਅੱਗੇ ਤੁਹਾਡੇ ਨਾਲ ਗੱਲ ਕਰਦਾ ਕਿ ਜਿਹੜੀਆਂ ਸੈਂਕਸ਼ਨਸ ਕੋਈ ਇੱਕ ਵਿਰੋਧੀ ਦੇਸ਼ ਦੂਜੇ ਦੇਸ਼ ਦੇ ਉੱਤੇ ਲਾਉਂਦਾ ਸੈਂਕਸ਼ਨਸ, ਅਗਰ ਸਾਡੇ ਕਿਸਾਨੀ ਦੇ ਉੱਤੇ ਇਹ ਸੈਂਕਸ਼ਨਸ ਲੱਗਦੀਆਂ ਹੋਣ, ਜਿਹੜਾ ਮੈਂ ਤੁਹਾਨੂੰ 9th ਸ਼ਡਿਊਲ ਦੀ ਗੱਲ ਕੀਤੀ ਹੈ, ਤੁਸੀਂ ਆਂਦੇ ਹੋ ਸਮਝ 'ਚ ਨਹੀਂ ਆਈ, ਮੈਂ ਸਮਝਦਾ ਕਿ ਜਿਹੜੀ ਸਾਡੀ ਆਜ਼ਾਦੀ ਹਰ ਇੱਕ ਦਾ ਹੱਕ ਹੈ, ਨਿਆਂ ਹਰ ਇੱਕ ਦਾ ਹੱਕ ਹੈ। ਮੈਨੂੰ ਕਿਉਂ ਇਹ ਮੇਰਾ ਹੱਕ ਨਹੀਂ ਕਿ ਮੈਂ ਕੋਰਟ ਵਿੱਚ ਜਾ ਸਕਾਂ? ਠੀਕ ਹੈ ਤੁਹਾਡਾ ਪੁਆਇੰਟ 9th ਸ਼ਡਿਊਲ ਵਾਲਾ। ਜਿਹੜੀਆਂ ਕਿਸਾਨ ਜਥੇਬੰਦੀਆਂ ਡਿਮਾਂਡ ਕਰਦੀਆਂ ਪਈਆਂ ਕਿ ਕਾਨੂੰਨ ਬਣਨਾ ਚਾਹੀਦਾ, ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਗਲਤ ਮੰਨਦੇ ਹੋ ਤੁਸੀਂ? ਮੈਂ ਉਹਨਾਂ ਦੇ ਮੰਨਣ ਵਿੱਚ ਉਹਨਾਂ ਦੇ ਪਿੱਛੇ ਮਨਸ਼ਾ ਕੀ ਹੈ? ਦੇਖੋ, ਲਫ਼ਜ਼ ਕੁਛ ਨੇ, ਮਨ ਕੁਝ ਹੈ। ਮੈਨੂੰ ਲੱਗਦਾ, ਮੈਂ ਸਮਝਦਾ ਲਫ਼ਜ਼ਾਂ ਨੂੰ ਲੈ ਕੇ ਤੇ ਮਨ ਨੂੰ ਲੈ ਕੇ ਦੋਵਾਂ 'ਚ ਸਾਨੂੰ ਘੋਖ ਕਰਨੀ ਚਾਹੀਦੀ ਹੈ, ਕਿਉਂਕਿ ਉਹ ਜਥੇਬੰਦੀਆਂ ਜਿਹੜੀਆਂ ਜ਼ਿੱਦ ਕਰਕੇ ਅੜ ਕਰਕੇ ਜਾਂ ਇਹ ਕਰਨ ਯੈਸ ਔਰ ਨੋ ਵਾਲੀਆਂ ਜਥੇਬੰਦੀਆਂ ਹੋਣ ਜਾਂ ਇਸ ਤਰ੍ਹਾਂ ਕਰਨ,
ਉਹ ਉਹਨਾਂ ਦਾ ਦੇਖਣਾ ਪਏਗਾ ਵੀ ਮੈਨੂੰ ਸ਼ੱਕ ਕਰਨਾ ਬਣਦਾ ਹੈ ਵੀ ਉਹਨਾਂ ਦੇ ਮਨ 'ਚ ਕੀ ਹੈ। ਤੁਸੀਂ ਆਪਦੇ ਆਪ ਨੂੰ ਆਈਸੋਲੇਟ ਫੀਲ ਕਰਦੇ ਪਿਓ? ਮੈਂ ਕਿਸਾਨ ਹਾਂ, ਆਈਸੋਲੇਟ ਕਾਹਦਾ, ਮੈਂ ਖੇਤੀ ਕਰਦਾ ਪਿਆ, ਠੀਕ ਹੈ, ਮੈਂ ਉਹਨਾਂ ਦੇ ਵਿੱਚ ਨਹੀਂ। ਮੈਂ ਉਹਨਾਂ ਦੀ ਵਿਚਾਰਧਾਰਾ ਨਾਲ ਜਿੱਦਾਂ ਉਹ ਚੱਲਦੇ ਨੇ ਉਹ ਮੈਂ ਸਮਝਦਾ ਕਿ ਮੇਰੇ ਖੇਤੀ ਦੇ ਇੰਟਰਸਟ ਜਿਹੜੇ ਨੇ ਉਹ ਬਾਅਦ 'ਚ ਨਹੀਂ ਹੋ ਰਹੇ। ਇਸ ਕਰਕੇ ਮੈਂ ਉਦੋਂ ਤੋਂ ਲੈ ਕੇ ਜਦੋਂ ਤੋਂ ਅੰਦੋਲਨ ਰਿਹਾ ਮੈਂ ਚੁੱਪ ਰਿਹਾ, ਜਦੋਂ ਉਹਨਾਂ ਨੇ ਆਖਿਆ ਸੀ ਗੱਲ ਨਹੀਂ ਕਰਨੀ। ਲੇਕਿਨ ਹੁਣ ਇਸ ਵੇਲੇ ਜਦੋਂ ਉਹਨਾਂ ਨੇ ਦੁਬਾਰਾ ਪੰਜਾਬ ਨੂੰ ਇਸ ਤਰ੍ਹਾਂ ਦਾ ਫਿਰ ਉਦੱਬਰ ਸ਼ੁਰੂ ਵਾਲਾ ਕੀਤਾ ਜਿਹਦੇ ਨਾਲ ਪੰਜਾਬ ਸਾਰਾ ਇਸ ਤਰ੍ਹਾਂ ਦਾ ਹੋ ਗਿਆ ਵੀ ਸਭ ਪੰਜਾਬ ਰੁਕ ਗਿਆ, ਰੇਲਾਂ ਰੁਕ ਗਈਆਂ, ਸੜਕਾਂ ਰੁਕ ਗਈਆਂ, ਸਾਰਾ ਕੁਝ ਹੋ ਗਿਆ। ਅਸੀਂ ਪੰਜਾਬ ਨੂੰ ਅੱਗੇ ਵੀ ਬੜਾ ਹਟਾਇਆ। ਤੁਸੀਂ ਸਰ ਮੈਨੂੰ ਪੰਜਾਬ ਦਾ ਅੰਦੋਲਨ ਕਿਉਂ ਮੰਨਦੇ ਪਿਓ? ਇਹ ਇਕੱਲੇ ਪੰਜਾਬ ਦਾ ਅੰਦੋਲਨ ਹੈ ਸਰ? ਇਸ ਵੇਲੇ ਤਾਂ ਦਿਸਦਾ ਇਹੋ ਹੀ ਹੈ। ਨਹੀਂ, ਦੇਸ਼ ਦਾ ਤਾਂ ਪਹਿਲਾਂ ਵੀ ਦਿਖਾਇਆ ਜਾ ਰਿਹਾ ਸੀਗਾ ਪੰਜਾਬ ਅੰਦੋਲਨ। ਤੁਸੀਂ ਪੂਰੇ ਦੇਸ਼ ਦਾ ਅੰਦੋਲਨ ਕਿਉਂ ਨਹੀਂ ਮੰਨਦੇ? ਮੈਂ ਦੇਸ਼ ਦਾ ਦੇਖਦਾ, ਲੇਕਿਨ ਦੇਸ਼ ਦੇ ਵਿੱਚ ਇਸ ਵੇਲੇ ਜਿੱਥੇ MSP ਦੀ ਤੁਸੀਂ ਗੱਲ ਕਰ ਰਹੇ ਹੋ, ਜਿੱਥੇ ਤੁਸੀਂ ਇੱਥੋਂ ਦੀ ਗੱਲ ਕਰ ਰਹੇ ਹੋ, ਉਹ ਇਸ ਵੇਲੇ ਤੇ ਇੱਥੇ ਹੀ ਹੈ। ਸਰ ਤੁਸੀਂ ਕਹਿ ਰਹੇ ਹੋ 9 ਸ਼ਡਿਊਲ ਦੀ ਤੁਸੀਂ ਗੱਲ ਕੀਤੀ ਜੀ ਮੈਂ ਕਰ ਰਿਹਾ। ਉਹ 5th ਸ਼ਡਿਊਲ ਦੀ ਗੱਲ ਕਰਦੇ ਆ, ਤੁਸੀਂ ਉਹਨੂੰ ਵੀ ਡਿਨਾਈ ਕਰਦੇ ਹੋ ਸਰ। ਉਹ ਆਦੀਵਾਸੀਆਂ ਦੀ ਗੱਲ ਕਰਦੇ ਆ, ਆਦੀਵਾਸੀਆਂ ਦੇ ਹੱਕਾਂ ਦੀ ਗੱਲ ਕਰਦੇ ਆ, ਤੁਸੀਂ ਉਹਨੂੰ ਪੰਜਾਬ ਦਾ ਅੰਦੋਲਨ ਮੰਨੋਗੇ ਸਰ? ਨਹੀਂ, ਉਹਨਾਂ ਦਾ ਵੀ ਮੈਂ ਸਾਰੀ ਖੇਤੀ ਦੀ ਗੱਲ ਕਰਦਾ ਹਾਂ। ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਉਹ ਕਿਸੇ ਇੱਕ ਦਾ ਨਹੀਂ, 9 ਸ਼ਡਿਊਲ ਸਾਰੇ ਦੇਸ਼ ਦੇ ਆ, ਸਿਰਫ ਪੰਜਾਬ ਤੇ ਥੋੜ੍ਹਾ। ਲੇਕਿਨ ਸਾਰੇ ਪੰਜਾਬ ਨੂੰ, ਕਿਉਂਕਿ ਇਸ ਵੇਲੇ ਮਾਊਥਪੀਸ ਪੰਜਾਬ ਦੀ ਗੱਲ ਕਰਦੇ ਪਏ ਹਾਂ, ਹੈ ਸਾਰੇ ਦੇਸ਼ ਦੀ ਹੈ। 9th ਸ਼ਡਿਊਲ ਸਾਰੇ ਦੇਸ਼ ਤੇ ਲਾਗੂ ਹੈ ਜਨਾਬ। ਐਸੈਂਸ਼ੀਅਲ ਕਮੋਡਿਟੀ ਐਕਟ ਸਾਰੇ ਦੇਸ਼ ਤੇ ਲਾਗੂ ਹੈ। ਸਾਰੇ ਦੇਸ਼ ਨੂੰ ਇੰਡਸਟਰੀਅਲਾਈਜ਼ ਹੋਣ ਲਈ ਇਸ ਵੇਲੇ ਚਾਹੀਦਾ ਇਹ ਸੀ ਕਿ ਅਸੀਂ ਆਪਣੀ ਆਬਾਦੀ ਚੋਂ ਕੁਝ ਨਾ ਕੁਝ ਆਪ ਕੁਝ ਕਰਕੇ ਤੇ ਖੇਤੀ ਚੋਂ ਬਾਹਰ ਕੱਢ ਸਕਦੇ। ਹੁਣ ਇਸ ਵੇਲੇ ਅਸੀਂ ਬਾਹਰ ਕੱਢਣ ਲਈ ਕੈਨੇਡਾ ਤੇ ਅਮਰੀਕਾ ਲੱਭਦੇ ਫਿਰਦੇ ਹਾਂ। ਬਾਹਰ ਕੱਢ ਕੇ ਅਸੀਂ ਇੱਥੇ ਕਿਉਂ ਨਹੀਂ ਉਹਨਾਂ ਨੂੰ ਕੋਈ ਰੁਜ਼ਗਾਰ ਦੇ ਸਕਦੇ? ਉਹ ਇਸ ਕਰਕੇ ਕਿ ਆਪਣੇ ਹੱਥ ਵਿੱਚ ਸਾਡੇ ਕੈਪੀਟਲ ਨਹੀਂ। ਕੈਪੀਟਲ ਲੈਣ ਲਈ ਫਿਰ ਤੁਰੇ ਫਿਰੋ ਸਰਕਾਰ ਕੋਲ, ਸਾਨੂੰ ਕਰਜ਼ਾ ਦਿਓ, ਕਰਜ਼ਾ ਇੰਨਾ ਮਹਿੰਗਾ ਵੀ ਉਹ ਰਹਿ ਨਹੀਂ ਜਾਂਦਾ। ਔਰ ਫਿਰ ਲਾਇਸੈਂਸਿੰਗ ਤੇ ਕਰਪਸ਼ਨ ਇੱਦਾਂ ਦੀ ਹੈ ਵੀ ਹੋ ਕੁਝ ਨਹੀਂ ਸਕਦਾ। ਇਸ ਕਰਕੇ ਸਾਰਾ ਕੁਝ ਜਨਾਬ ਚੱਲ ਰਿਹਾ। ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰਨ ਦੇ ਹੱਕ ਵਿੱਚੋਂ ਤੁਸੀਂ ਇੰਨੇ ਕਿਸਾਨਾਂ ਸਿਰ ਜਿਹੜਾ ਕਰਜ਼ਾ ਚੜਿਆ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚੜਿਆ ਸ਼ੁਰੂ ਤੋਂ ਲੈ ਕੇ। ਲੇਕਿਨ ਅੱਜ ਤੇ ਨਹੀਂ, ਮੈਂ ਸ਼ੁਰੂ ਤੋਂ ਕਹਿ ਰਿਹਾ, ਸ਼ੁਰੂ ਤੋਂ ਲੈ ਕੇ ਚੜਿਆ। ਇਹ ਅੱਜ ਵੀ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਕਿ ਇਹ ਨੀਤੀਆਂ ਗਲਤ ਨੀਤੀਆਂ ਨਾਲ ਚੜਿਆ। ਉਸ ਤੋਂ ਅੱਗੇ ਪਹਿਲਾਂ ਗੱਲ ਤੇ ਮੰਨੀ ਜਾਏ। ਸਰ ਲੀਕ ਮਾਰਨ ਦੇ ਹੱਕ ਵਿੱਚੋਂ ਜਾਂ ਨਹੀਂ ਤੁਸੀਂ? ਇਹ ਮੰਨਣਾ ਚਾਹੀਦਾ ਸਰਕਾਰ ਨੂੰ ਵੀ ਇਹ ਸਾਡੀਆਂ ਗਲਤ ਨੀਤੀਆਂ ਨਾਲ ਕਰਜ਼ਾ ਚੜਿਆ। ਇਸ ਤੋਂ ਗੱਲ ਅੱਗੇ ਤੁਰਦੀ ਹੈ। ਜਿਹੜਾ ਕਾਰਪੋਰੇਟਸ ਦੇ ਬਾਰੇ ਉਹਨਾਂ ਨੇ ਟੈਕਸਸ ਦੇ ਵਿੱਚ ਰਾਇਤ ਕੀਤੀ ਹੈ, ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਟੇਟਮੈਂਟਸ ਦਿੱਤੀਆਂ ਕਿ ਕਿੰਨਾ ਵੇਵ ਆਫ ਕੀਤਾ ਗਿਆ, ਤੇ ਤੁਸੀਂ ਕਾਰਪੋਰੇਟਸ ਦਾ ਜਿਹੜਾ ਕਰਜ਼ਾ ਮਾਫ ਕੀਤਾ ਗਿਆ ਜਾਂ ਕਾਰਪੋਰੇਟਸ ਨੂੰ ਟੈਕਸ ਵਿੱਚ ਰਾਇਤ ਦਿੱਤੀ ਗਈ ਹੈ, ਤੁਸੀਂ ਉਹਦੇ ਹੱਕ ਵਿੱਚ ਹੋ ਸਰ? ਨਹੀਂ, ਉਹ ਜਿਹੜੇ ਇਸ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਕਿਸੇ ਇੱਕ ਨੂੰ ਫੇਵਰ ਦੇਣਾ ਉਹ ਗਲਤ ਹੈ। ਲੇਕਿਨ ਢੰਗ ਤਰੀਕੇ ਵਰਤ ਕੇ ਕਿਸੇ ਇੱਕ ਨੂੰ ਡਿਸਫੇਵਰ ਕਰਨਾ ਇਹ ਵੀ ਓਨਾ ਹੀ ਗਲਤ ਹੈ। ਸਾਨੂੰ ਕਿਸਾਨਾਂ ਨੂੰ, ਖੇਤੀ ਨੂੰ ਉਹ ਡਿਸਫੇਵਰ ਕਰਕੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਇਹ ਗਲਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਯਾਨੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰਨ ਨਾਲ ਕੋਈ ਹੱਲ ਨਹੀਂ ਹੋਣਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਪਹਿਲੀ ਗੱਲ ਇਹ ਪ੍ਰਿੰਸੀਪਲੀ ਸਮਝਣਾ ਚਾਹੀਦਾ ਕਿ ਇਸ ਜੋ ਕੁਝ ਹੋਇਆ ਨੀਤੀਆਂ ਗਲਤ ਹੋਣ ਕਰਕੇ ਹੋਇਆ। ਔਰ ਸ਼ੁਰੂ ਤੋਂ ਜਿਹੜੀ ਨੀਤੀਆਂ ਗਲਤ ਨੇ ਉਹ ਮਤਲਬ ਪ੍ਰੋ ਪ੍ਰੋਡਿਊਸਰ ਨਹੀਂ ਹੈਗੀਆਂ। ਉਹ ਖੇਤੀ ਵਾਲਿਆਂ ਨੇ ਜਿਹੜਾ ਕੈਪੀਟਲ ਜਨਰੇਟ ਕੀਤਾ, ਉਸ ਕੈਪੀਟਲ ਨੂੰ ਕਿਸੇ ਢੰਗ ਨਾਲ ਇਹਨਾਂ ਕੋਲੋਂ ਲੈ ਕੇ ਤੇ ਕਿਸੇ ਹੋਰ ਨੂੰ ਜਿਨ੍ਹਾਂ ਨੂੰ ਦਿੱਤਾ, ਕਿਸੇ ਹੱਥ ਵਿੱਚ ਅਨਅਰਨਡ ਕੈਪੀਟਲ ਦੇ ਦਿਓ, ਉਹ ਬਦਫੈਲ ਹੋ ਜਾਏਗਾ। ਸਾਡੀ ਇੱਥੋਂ ਦੀ ਇੰਡਸਟਰੀ ਜਿੰਨਾ ਚਿਰ ਲਿਬਰਲਾਈਜੇਸ਼ਨ ਨਹੀਂ ਹੋਈ ਬਦਫੈਲ ਇੰਡਸਟਰੀ ਸੀ। ਸਰ ਨੀਤੀਆਂ ਸਰਕਾਰਾਂ ਦੀਆਂ ਗਲਤ ਹੈ ਨਾ, ਤੇ ਕਿਸਾਨ ਤੇ ਮਜ਼ਦੂਰਾਂ ਦਾ ਕੀ ਕਸੂਰ? ਨਹੀਂ, ਕੋਈ ਕਸੂਰ ਨਹੀਂ। ਮੈਂ ਤੇ ਆਨਾ ਤੇ ਫਿਰ ਉਹ ਖੁਦਕੁਸ਼ੀਆਂ ਕਰਦੇ ਪਏ ਸਰ। ਅਸੀਂ ਆ ਖੇਤੀ ਤੇ ਖੁਦਕੁਸ਼ੀ ਦੀ ਕਰਦੇ ਪਏ ਇਸ ਕਰਕੇ ਕਿ ਜਿਹੜੀ MSP ਦੀ ਹੁਣ ਗੱਲ ਕਰਦੇ ਆ, ਇਸ MSP ਨੇ ਸਾਨੂੰ ਦਿੱਤਾ ਕੀ ਹੈ? ਮੈਂ ਤੁਹਾਨੂੰ 1 ਮਿੰਟ, ਤੁਸੀਂ ਇਹਨੂੰ ਖੁਦਕੁਸ਼ੀਆਂ ਦੀ ਵਜ੍ਹਾ ਮੰਨਦੇ ਹੋ? ਮੈਂ ਸਮਝਾਉਣ ਦੀ ਕੋਸ਼ਿਸ਼ ਤੁਹਾਨੂੰ ਕਰਦਾ, ਜੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤੇ ਜਿਹੜਾ CACP ਹੈ ਉਹਦੇ ਵਿੱਚ ਇੱਕ ਟਰਮ ਹੈ ਕਿ ਪੈਰਿਟੀ ਜਿਹੜੀ ਹੈ ਬਿਟਵੀਨ ਐਗਰੀਕਲਚਰ ਐਂਡ ਨਾਨ ਐਗਰੀਕਲਚਰ ਸਾਈਡ ਦੀ ਕਰਨੀ ਹੁੰਦੀ ਹੈ। ਹੁਣ ਸਾਡੀ ਪੈਰਿਟੀ ਕੀ ਹੈ ਪਤਾ? ਜਦੋਂ 71 ਵਿੱਚ ਕਣਕ
ਜਿੰਨਾ ਖਰੀਦੀ ਸੀ, 1 ਕੁਇੰਟਲ ਕਣਕ ਜਿੰਨਾ ਖਰੀਦੀ ਸੀ, ਜੋ ਮਰਜ਼ੀ ਖਰੀਦੋ, ਉਹ ਡੀਜ਼ਲ ਖਰੀਦ ਲਓ, ਪੈਟਰੋਲ ਖਰੀਦ ਲਓ, ਇੰਡਸਟਰੀ ਦਾ ਲੋਹਾ ਖਰੀਦ ਲਓ, ਇੱਟਾਂ ਖਰੀਦ ਲਓ, ਜੋ ਮਰਜ਼ੀ ਖਰੀਦ ਲਓ, ਉਦੋਂ ਜਨਾਬ 10 ਗੁਣਾ ਦੇ ਕੇ ਇਸ ਵੇਲੇ ਖਰੀਦਣਾ ਪੈਂਦਾ। ਪੈਰਿਟੀ ਕਾਹਦੀ ਹੈ ਫਿਰ? ਐਗਰੀਕਲਚਰ ਨਾਲ ਉਸ ਸਾਰਾ ਕੁਝ ਦੀ। ਇਹ ਪੈਰਿਟੀ ਜਿਹੜੀ ਹੈ ਇਹਦੇ ਵਿੱਚ ਹੈ, ਔਰ ਇਹ ਪੈਰਿਟੀ ਦਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਹੈਗਾ। ਮੈਂ ਸਰ ਇੱਕ ਸਿੰਪਲ ਸਵਾਲ ਕਰ ਰਿਹਾ, ਜੀ ਜੇ ਤੁਸੀਂ ਮੈਨੂੰ ਸਮਝਾ ਸਕੋ ਤਾਂ। ਮੈਂ ਕੋਸ਼ਿਸ਼ ਜੇ ਕਰਾਂਗਾ। ਖੁਦਕੁਸ਼ੀਆਂ ਹੋਈਆਂ ਦੇਸ਼ ਵਿੱਚ, ਉਹਦੀ ਵਜ੍ਹਾ ਐਮਐਸਪੀ ਹੈ। ਉਹਦੀ ਵਜ੍ਹਾ ਕਿਸਾਨਾਂ ਨਾਲ ਜਿਹੜੀ ਜ਼ਿਆਦਤੀ ਹੋ ਰਹੀ ਉਹ ਹੈ। ਤੁਹਾਡੇ ਸਾਥੀ ਨੇ ਜੀ ਗੁਣੀ ਪ੍ਰਕਾਸ਼, ਜੀ ਜਿਹੜੇ ਉਸ ਕਮੇਟੀ ਵਿੱਚ ਸ਼ਾਮਲ ਨੇ, ਜੀ ਜਿੱਥੋਂ ਤੁਸੀਂ ਉਸ ਕਮੇਟੀ ਤੋਂ ਪਾਸੇ ਹੋ ਗਏ ਸੀਗੇ। ਨਹੀਂ 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 ਉਹ ਨਾ, ਅਲੱਗ- ਨਾ, ਨਾ, ਉਹ ਅਲੱਗ ਕਮੇਟੀ ਹੈ, ਹਾਂ ਉਹ ਅਲੱਗ ਕਮੇਟੀ ਹੈ। ਉਹ ਨਹੀਂ 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 ਤੇ ਚਲੋ, ਤੁਸੀਂ ਆਪਣੇ ਆਪ ਨੂੰ ਕਰੈਕਟ ਕਰੋ। ਤੁਸੀਂ ਕਲੀਅਰ ਕਰਤਾ ਤੁਸੀਂ। ਮੈਂ ਐਮਐਸਪੀ ਕਮੇਟੀ ਵਿੱਚ ਨਹੀਂ, ਮੈਂ ਸੁਪਰੀਮ ਕੋਰਟ ਨੇ ਜਿਹੜੀ ਖੇਤੀ ਕਾਨੂੰਨਾਂ ਬਾਰੇ, ਹਾਂ ਖੇਤੀ ਕਾਨੂੰਨਾਂ ਵਾਲੇ ਬਣਾਈ ਸੀ ਜਨਾਬ, ਮੈਂ ਉਹਦੇ ਵਿੱਚ ਸੀ। ਤੁਸੀਂ ਆ ਗਏ ਉਸ ਪੁਆਇੰਟ ਜੀ ਆ ਜਾਓ। ਮੈਂ ਤੁਸੀਂ ਖੇਤੀ ਕਾਨੂੰਨਾਂ ਦੇ ਬਾਰੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਸੀਗਾ ਜਦੋਂ ਤੁਸੀਂ ਉਸ ਕਮੇਟੀ ਤੋਂ ਪਾਸੇ ਹੋਏ ਸੀਗੇ। ਤੁਸੀਂ ਕਿਹਾ ਮੇਰਾ ਵਿਰੋਧ ਹੋਇਆ, ਜੇ ਮੇਰੇ ਕਿਸਾਨ ਭਰਾ ਨਹੀਂ ਚਾਹੁੰਦੇ ਤਾਂ ਮੈਂ ਉਸ ਕਮੇਟੀ ਜਾ ਕੇ ਕਰਨਾ ਕੀ, ਜਿੱਥੇ ਉਹਨਾਂ ਦੀ ਗੱਲ ਉਹ ਨਹੀਂ ਕਰਨਾ ਚਾਹੁੰਦੇ। ਉਹ ਖੇਤੀ ਕਾਨੂੰਨ ਗਲਤ ਸੀਗੇ, ਜਿਹੜੇ 3 ਖੇਤੀ ਕਾਨੂੰਨ ਜਿਹੜੇ ਰੱਦ ਕੀਤੇ ਗਏ। ਇਹ ਇਸ ਵੇਲੇ ਜਿਹੜੇ ਰੱਦ ਕੀਤੇ ਗਏ ਨੇ ਉਹਨਾਂ ਬਾਰੇ ਉਹਨਾਂ ਬਾਰੇ ਟਿੱਪਣੀ ਕਰਨਾ ਮੈਂ ਸਮਝਦਾ ਉਹਨਾਂ ਵਾਜਿਬ ਨਹੀਂ, ਕਿਉਂਕਿ ਉਸ ਵੇਲੇ ਜਿਹੜੇ ਹੈ ਸੀ, ਜਦੋਂ ਉਹ ਜਿਹੜੇ ਕਮੇਟੀ ਬਣੀ, ਸਰਕਾਰ ਨੇ ਉਹ ਕਾਨੂੰਨ ਬਣਾਏ, ਉਹਦੇ 'ਚ ਡਿਸਕਸ਼ਨ ਹੋਣੀ ਸੀ। ਉਹ ਡਿਸਕਸ਼ਨ ਵਿੱਚ ਜਿਹੜੇ ਉਹ ਦੂਜੇ ਗਰੁੱਪ ਸੀ ਉਹਨਾਂ ਨੇ ਮਹਿਸੂਸ ਕੀਤਾ ਵੀ ਅਸੀਂ ਗੱਲ ਹੀ ਨਹੀਂ ਕਰਨੀ, ਔਰ ਜਿਹੜੇ ਗੱਲ ਕਰਨ ਦੀ ਜਿਹੜੀ ਉਹਨਾਂ ਦੀ ਕਮਜ਼ੋਰੀ ਸੀ ਵੀ ਅਸੀਂ ਗੱਲ ਹੀ ਨਹੀਂ ਕਰਨੀ, ਉਹਦੇ ਤੇ ਅੱਜ ਗੱਲ ਕੀ ਕਰਦੇ, ਉਹ ਤਾਂ ਕਾਨੂੰਨ ਰੱਦ ਹੋ ਗਏ ਨੇ। ਲੇਕਿਨ ਫਿਰ ਵੀ ਖੇਤੀ ਜਿਹੜੀ ਹੈ ਉਹਨੂੰ ਸਾਨੂੰ ਇਸ ਵੇਲੇ ਰਿਫਾਰਮ ਦੀ ਲੋੜ ਹੈ, ਔਰ ਰਿਫਾਰਮ ਜਿੰਨਾ ਚਿਰ ਨਹੀਂ ਕਰਦੇ ਖੇਤੀ 'ਚ ਉਹਨਾਂ ਚਿਰ ਅੱਗੇ ਗੱਲ ਨਹੀਂ ਜੋ ਤੁਰਦੀ। ਖੇਤੀ 'ਚ ਰਿਫਾਰਮਸ ਲਿਆਉਣੇ ਬੜੇ ਜ਼ਰੂਰੀ ਨੇ, ਔਰ ਜਿਹੜੀ ਐਸੈਂਸ਼ੀਅਲ ਕਮੋਡਿਟੀ ਐਕਟ ਇਹ ਜਿਹੜਾ ਹੈ ਉਹ ਡਾਇਲੂਟ ਹੋ ਰਿਹਾ ਸੀ, ਉਹਨੂੰ ਨਹੀਂ ਹੋਣ ਦਿੱਤਾ। ਇਹ ਪਤਾ ਨਹੀਂ ਉਹਨਾਂ ਨੂੰ ਪਤਾ ਹੋਏਗਾ ਜਿਨ੍ਹਾਂ ਨਹੀਂ ਹੋਣ ਦਿੱਤਾ। ਤੁਸੀਂ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਵਾਰ-ਵਾਰ ਜ਼ਿਕਰ ਕਰਦੇ ਪਏ, ਉਦੋਂ ਵੀ ਇਹ ਜ਼ਿਕਰ ਹੋਇਆ ਸੀ ਬਹੁਤ ਜ਼ਿਆਦਾ ਜਦੋਂ ਇਹ ਖੇਤੀ। ਤੁਸੀਂ ਅੱਜ ਵੀ ਖੇਤੀ ਕਾਨੂੰਨਾਂ ਤੇ ਟਿੱਪਣੀ ਕਰਨ ਤੋਂ ਗਰੇਜ ਕਿਉਂ ਕਰਦੇ ਪਏ ਹੋ? ਨਹੀਂ, ਮੈਂ ਕੋਈ ਗਰੇਜ ਨਹੀਂ ਕੀਤਾ। ਮੈਂ ਦੱਸਿਆ ਤੁਹਾਨੂੰ ਕਿਉਂ, ਜਿਹੜੇ ਰੱਦ ਹੋ ਗਏ ਨੇ ਦੱਸੋ ਤੇ ਕੀ ਹੁਣ ਵਾਪਸ ਆਉਣੇ ਨੇ? ਤੁਸੀਂ ਅੱਜ ਦਾਅਵੇ ਨਾਲ ਇਹ ਗੱਲ ਕਹਿ ਸਕਦੇ ਹੋ ਸਹੀ ਸੀਗੇ? ਨਹੀਂ, ਸਹੀ ਤਾਂ ਮੈਂ ਆਖਾਂ ਜੇ ਰੱਦ ਨਾ ਹੋ ਗਏ ਹੋਣ ਤੇ, ਜਦੋਂ ਮੇਰੇ ਨਾਲ ਉਹ ਡਿਸਕਸ਼ਨ 'ਚ ਹੈ ਹੀ ਨਹੀਂ ਕੋਈ ਇਸ ਗੱਲ ਦੇ ਆ ਹੀ ਨਹੀਂ ਰਿਹਾ ਵੀ ਅਸੀਂ ਡਿਸਕਸ ਕਰੀਏ। ਉਹ ਜ਼ਿੱਦ ਫੜੀ ਹੋਈ ਹੈ, ਅਹੰਕਾਰ ਹੈ ਵੀ ਅਸੀਂ ਆਖਿਆ ਵੀ ਅਗਰ ਰੱਦ ਕਰਨੇ ਨੇ, ਉਹ ਅਹੰਕਾਰ ਆਪਣਾ ਪੂਰਾ ਕਰ ਲਿਆ ਜਨਾਬ। ਇਹ ਥੋੜਾ ਵੀ ਹੱਕ ਸੀ ਕਿ ਨਹੀਂ ਹੱਕ ਸੀ, ਉਹ ਤਾਂ ਜੇ ਡਿਸਕਸ਼ਨ ਕਰਦੇ ਤੇ। ਤੁਹਾਡਾ ਮਤਲਬ ਇਹ ਕਹਿਣ ਦਾ ਵੀ ਜੇ ਹੰਕਾਰ ਨਾ ਕਰਦੇ ਤਾਂ ਉਹਨਾਂ ਤੇ ਡਾਇਲੋਗ ਹੁੰਦਾ ਤੇ ਸ਼ਾਇਦ ਉਹ ਕਿਸਾਨਾਂ ਲਈ ਫਾਇਦੇਮੰਦ ਸੀ। ਡਾਇਲਾਗ ਹੁੰਦਾ ਤਾਂ ਨਿਕਲਦੀ ਵਿੱਚੋਂ ਕੀ ਨਿਕਲਦੀ ਗੱਲ ਮੈਂ ਨਹੀਂ ਕਹਿ ਸਕਦਾ, ਲੇਕਿਨ ਡਾਇਲਾਗ ਤਾਂ ਹੋਣਾ ਚਾਹੀਦਾ ਸੀ ਨਾ। ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ ਸਰ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ। ਭੁਪਿੰਦਰ ਸਿੰਘ ਮਾਨ ਸਾਡੇ ਨਾਲ ਨੇ, ਸਵਾਲ ਬਹੁਤ ਸਾਰੇ ਆ, ਵਾਪਸ ਆ ਕੇ ਹੋਰ ਪੁੱਛੂੰਗਾ ਜ਼ਰੂਰ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਭੁਪਿੰਦਰ ਸਿੰਘ ਮਾਨ ਸਾਡੇ ਨਾਲ ਨੇ। ਮਾਨ ਸਾਹਿਬ, ਗੁਣੀ ਪ੍ਰਕਾਸ਼ ਨਾਲ ਜ਼ਿਕਰ ਕਰ ਰਿਹਾ ਸੀਗਾ, ਤੁਹਾਡੇ ਉਹ ਪ੍ਰੈਜ਼ੀਡੈਂਟ ਨੇ BKU ਹਰਿਆਣਾ ਦੇ ਜੀ, ਉਹ ਮੈਂਬਰ ਨੇ MSP ਕਮੇਟੀ ਦੇ। ਬਿਲਕੁਲ, ਤੁਸੀਂ ਮੈਨੂੰ ਕਰੈਕਟ ਕੀਤਾ, ਧੰਨਵਾਦ ਤੁਹਾਡਾ ਜੀ। ਮਾਨ ਸਾਹਿਬ, ਉਹਨਾਂ ਦੀ ਇੱਕ ਸਟੇਟਮੈਂਟ ਹੈ ਗੁਣੀ ਪ੍ਰਕਾਸ਼ ਦੀ, ਉਹ ਕਹਿੰਦੇ MSP ਖੁਦਕੁਸ਼ੀਆਂ ਦੀ ਵਜ੍ਹਾ ਬਣੀ ਹੈ। ਤੁਸੀਂ ਉਸ ਸਟੇਟਮੈਂਟ ਨਾਲ ਐਗਰੀ ਕਰਦੇ ਹੋ? MSP ਨੇ ਸਾਡਾ ਕੁਝ ਨਹੀਂ ਕੀਤਾ। ਜਿਹੜੀ MSP ਹੈ ਉਹ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਸਾਨੂੰ MSP ਜਿੱਦਾਂ ਦੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਉਹ MSP ਨਹੀਂ, ਇੱਕ ਕੰਪਲਸਰੀ ਪ੍ਰੋਕਿਉਰਮੈਂਟ ਹੈ, ਜਬਰੀ ਪ੍ਰੋਕਿਉਰਮੈਂਟ। ਸਾਡੇ ਕੋਲੋਂ ਜਬਰੀ ਖੋਈ ਜਾ ਰਹੀ ਹੈ, ਸਾਨੂੰ ਉਹਦੀ ਕੀਮਤ ਨਹੀਂ ਮਿਲ ਰਹੀ, ਮਾਰਕੀਟ ਨਹੀਂ ਮਿਲ ਰਹੀ। ਜਬਰੀ ਖੋਣ ਵਾਲਿਆਂ ਦਾ ਅਸੀਂ ਇਸ ਤਰ੍ਹਾਂ ਦੱਸੋ ਕਿੱਦਾਂ ਅਸੀਂ ਮੰਨੀਏ ਵੀ ਉਹ ਜਿਹੜੀ ਹੈ ਉਹ ਬਿਲਕੁਲ ਠੀਕ ਹੈ। MSP ਜੀ ਬਿਲਕੁਲ ਠੀਕ ਸੀ। MSP ਮੈਂ ਤੁਹਾਨੂੰ ਹੁਣੇ ਦੱਸਿਆ, MSP ਦੇ ਵਿੱਚ ਟਰਮਸ ਆਫ ਰੈਫਰੈਂਸ ਦੇ ਵਿੱਚ ਕਿ ਪੈਰਿਟੀ ਬਿਟਵੀਨ ਐਗਰੀਕਲਚਰ ਐਂਡ ਅਦਰ ਦੈਨ ਐਗਰੀਕਲਚਰ ਹੋਣੀ ਚਾਹੀਦੀ ਹੈ। ਉਹ ਪੈਰਿਟੀ ਕਿੱਥੇ ਹੈ? ਉਹਦੇ 'ਚ ਅਸੀਂ ਖੁਦਕਸ਼ੀਆਂ ਦੀ ਖੇਤੀ ਨਹੀਂ ਕਰ ਰਹੇ ਤਾਂ ਹੋਰ ਕੀ ਕਰ ਰਹੇ ਹਾਂ? ਇਹ ਸਰਕਾਰ ਨੇ ਸ਼ੁਰੂ ਵਿੱਚ 51 ਤੋਂ ਲੈ ਕੇ ਹੁਣ ਤੱਕ 55 ਸਮਥਿੰਗ 'ਚ
ਇਹ ਜੋ ਕੁਝ ਕੀਤਾ ਇਹ ਉਦੋਂ ਤੋਂ ਇਹ ਸਾਰਾ ਚੱਲ ਰਿਹਾ, ਇਹ ਨੀਤੀ ਵਿੱਚ ਹੈ। ਔਰ ਇਸ ਨੀਤੀ ਲਈ ਜਿਹੜੀ ਅੱਜ ਵੀ ਉੱਪਰ ਹਰਾ ਝੰਡਾ ਤੇ ਅੰਦਰ ਲਾਲ ਕਮੀਜ਼, ਉਹਦੇ ਨਾਲ ਇਹ ਸਾਰਾ ਕੁਝ ਨਹੀਂ ਚੱਲ ਰਿਹਾ, ਕਿਸੇ ਪਾਸੇ ਦੁਨੀਆ ਨਹੀਂ ਚੱਲ ਰਹੀ। ਜਿਹੜਾ ਗੁਣੀ ਪ੍ਰਕਾਸ਼ ਉਹਨਾਂ ਦੀ ਸਟੇਟਮੈਂਟ ਹੈ ਉਹਨਾਂ ਤੁਸੀਂ ਐਗਰੀ ਕਰਦੇ ਹੋ ਤਾਂ ਮਤਲਬ ਇਹ ਮੰਨ ਕੇ ਚੱਲੀਏ ਅਸੀਂ? ਫਿਰ ਦੱਸੋ ਕੀ ਸਟੇਟਮੈਂਟ ਹੈ? ਵੀ MSP ਵੀ ਇੱਕ ਵਜ੍ਹਾ ਹੈ ਖੁਦਕੁਸ਼ੀਆਂ ਦੀ। MSP ਨੇ ਸਾਨੂੰ ਦਿੱਤਾ ਕੀ ਹੈ? MSP ਨੇ, ਮੈਂ ਤੁਹਾਨੂੰ ਫਿਰ ਦੱਸ ਰਿਹਾ ਵੀ MSP ਨੇ ਜਿਹੜੀ ਸਾਡੀ ਪੈਰਿਟੀ ਹੈ ਉਹ ਸਾਨੂੰ ਤਬਾਹ ਕਰ ਦਿੱਤੀ। ਸਾਡੀ ਜੇ ਦੂਜੇ ਲਫ਼ਜ਼ਾਂ 'ਚ ਆਖੀਏ, ਸਾਡੀ ਐਗਰੀਕਲਚਰ ਪ੍ਰੋਡਿਊਸ ਦੀ ਦੂਜੀਆਂ ਚੀਜ਼ਾਂ ਦੇ ਮੁਕਾਬਲੇ ਘਟਦੀ 1/3 ਰਹਿ ਗਈ ਹੈ ਬਿਕਾਜ਼ ਆਫ MSP। MSP ਕਮੇਟੀ ਮੈਂਬਰ ਜਦੋਂ ਇਹ ਸਟੇਟਮੈਂਟ ਦਿੰਦਾ ਹੈ, ਇਹਦਾ ਮਤਲਬ ਉਹ ਇਹ ਸੋਚ ਚੁੱਕਿਆ ਕਿ MSP ਤੇ ਕਾਨੂੰਨ ਨਹੀਂ ਬਣਨਾ ਚਾਹੀਦਾ। ਇਹ ਮੰਨ ਕੇ ਚੱਲੀਏ? ਇਹ ਤਾਂ ਉੱਥੇ ਬਹੁਤ ਸੋਚ ਕੇ ਚੱਲਣ ਦੀ ਗੱਲ ਹੈ। ਉਹ ਕਮੇਟੀ ਹੈ, ਉਹਨੇ ਸਾਰੇ ਦੇਸ਼ ਦਾ ਸੋਚਣਾ। ਉਹਦੇ 'ਚ ਇੱਕ ਮੈਂਬਰ ਇਹ ਸੋਚ ਰਿਹਾ, ਹੋਰ ਵੀ ਮੈਂਬਰ ਨੇ। ਇੱਦਾਂ ਦੀ ਨਹੀਂ ਉਹ ਜ਼ਿੱਦ ਕਰੇਗਾ, ਕੋਈ ਵੀ ਜਿਹੜਾ ਜ਼ਿੱਦ ਕਰੇ ਉਹਦੀ ਜ਼ਿੱਦ ਨਹੀਂ ਚੱਲਦੀ ਵੀ ਮੈਂ ਆਉਣਾ ਤੇ ਇਸ ਕਰਕੇ ਠੀਕ ਹੈ। ਇਹ ਤਾਂ ਕਮਲ ਹੈ। ਜੇ ਕੋਈ ਇਹ ਆਖੇ ਵੀ ਜਿਹੜੀ ਗੱਲ ਮੈਂ ਆਉਣਾ ਉਹ ਹੀ ਸੱਚੀ ਹੈ, ਇਹ ਤਾਂ ਕਮਲ ਹੈ। ਤੁਸੀਂ ਉਸ ਸਟੇਟਮੈਂਟ ਦੇ ਨਾਲ ਹੋ? ਫਿਰ ਉਹ ਮੈਂ ਤੁਹਾਨੂੰ ਦੱਸੀ ਤੇ ਇਹ ਸਟੇਟਮੈਂਟ, ਪੂਰੀ ਸਟੇਟਮੈਂਟ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਦਾ ਜੀ। ਭਈ ਪੈਰਿਟੀ ਸਾਨੂੰ MSP ਨੇ ਨਹੀਂ ਦਿੱਤੀ। ਚਲੋ ਠੀਕ ਹੈ ਸਰ। ਮੇਰੇ ਕੋਲ ਇੱਕ ਡਿਟੇਲ ਪਈ ਹੈ ਸਰ, ਆ ਮਿਨੀਮਮ ਸਪੋਰਟ ਪ੍ਰਾਈਸ ਹੈ ਸਰ, ਇਹ ਗਵਰਨਮੈਂਟ ਦਾ ਸਾਰਾ ਇਹ ਡਾਟਾ। ਇਹ 2010 ਤੋਂ ਲੈ ਕੇ 2023-24 ਤੱਕ ਦਾ ਪੂਰਾ ਡਾਟਾ ਤੁਹਾਡੇ ਕੋਲ ਪੂਰਾ ਪਿਆ ਹੋਊਗਾ ਸਰ। ਹੈ ਇਹ ਸਾਰਾ ਤੁਸੀਂ ਪੜ੍ਹਿਆ ਹੋਊਗਾ? ਹੈ ਨਾ, ਹੈ। ਦੱਸੋ ਸਰ, ਮੈਂ ਇੱਕ ਚੀਜ਼ ਜਾਣਨਾ ਚਾਹੁੰਦਾ, ਤੁਸੀਂ ਵਾਰ-ਵਾਰ 1970-71 ਦੀ ਗੱਲ ਕਰਦੇ ਹੋ, 80-85 ਜੋ ਤੁਸੀਂ ਅੰਦੋਲਨ ਛੇੜੇ ਆ, ਉਹ ਤੋਂ ਲੈ ਕੇ ਹੁਣ ਤੱਕ ਜਿਹੜੀ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ 'ਚ ਵਾਧਾ ਹੋਇਆ ਤੇ ਕਿਸਾਨ ਦੀ ਇਨਕਮ 'ਚ ਕਿੰਨਾ ਵਾਧਾ ਹੋਇਆ ਸਰ? ਸ਼ਾਇਦ ਕਿਉਂਕਿ ਕਈ ਇਕੋਨੋਮਿਸਟ ਇਹ ਮੁਕਾਬਲਾ ਕਰਦੇ ਨੇ, ਮੈਂ ਉਹਨਾਂ ਨੂੰ ਸੁਣਦਾ ਵੀ ਹਾਂ। ਭਈ ਮੁਲਾਜ਼ਮਾਂ ਦੀਆਂ ਉਸ ਵੇਲੇ ਤਨਖਾਹਾਂ ਇੰਨੀਆਂ ਸੀ ਤੇ ਕਣਕ ਦਾ ਰੇਟ ਇੰਨਾ ਸੀ, ਝੋਨੇ ਦਾ ਇੰਨਾ ਸੀ। ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਇੰਨੀਆਂ ਨੇ ਤੇ ਕਣਕ ਦਾ ਇੰਨਾ ਹੈ, ਤੇ ਕਣਕ ਨਾਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ 10 ਗੁਣਾ ਵੱਧ ਗਈਆਂ ਨੇ। ਕਣਕ ਦਾ ਰੇਟ ਇਹਦਾ ਮਤਲਬ 10ਵਾਂ ਹਿੱਸਾ ਰਹਿ ਗਿਆ। ਆਹ ਉਹ ਗਲਤ ਐਨਾਲਿਸਿਸ ਕਰਦੇ ਪਏ? ਠੀਕ ਕਰਦੇ ਨੇ। ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਇਨ ਕੰਪੈਰੀਜ਼ਨ ਟੂ ਐਗਰੀਕਲਚਰ ਪ੍ਰੋਡਿਊਸ ਕਈ ਗੁਣਾ ਵੱਧ ਵਧੀਆਂ ਨੇ। ਤੇ ਫਿਰ ਕਿਸਾਨ ਨੂੰ ਨੁਕਸਾਨ ਕਿਉਂ ਹੋਇਆ? ਇਹ ਕਿਸਾਨ ਦੀ ਕਾਸਟ ਤੇ ਜਨਾਬੇ ਅਲੀ ਉਹ ਤਨਖਾਹਾਂ ਵੱਧ ਰਹੀਆਂ ਨੇ ਨਾ। ਉਹ ਜਿਹੜੀਆਂ ਤਨਖਾਹਾਂ ਜਾ ਰਹੀਆਂ ਨੇ ਕਿੱਥੋਂ ਜਾ ਰਹੀਆਂ ਨੇ? ਕਿਸਾਨ ਦੀ ਐਗਰੀਕਲਚਰ ਪ੍ਰੋਡਿਊਸ ਨੂੰ ਘੱਟ ਕੀਮਤ ਦੇ ਕੇ ਉਹਦੇ ਚੋਂ ਕੱਟ ਮਾਰ ਕੇ ਉਹ ਜਿਹੜਾ ਪੈਸਾ ਆਉਂਦਾ ਉਹ ਉਧਰ ਜਾ ਰਿਹਾ। ਕਿਉਂ ਇਹ ਪੈਰਿਟੀ ਕਿਉਂ ਨਹੀਂ ਹੈਗੀ? ਜੇ ਉਸ ਵੇਲੇ ਕਣਕ ਦੀ ਕੀਮਤ ਤੇ ਉਸ ਵੇਲੇ ਦੀਆਂ ਤਨਖਾਹਾਂ ਦੀ ਪੈਰਿਟੀ ਅੱਜ ਤੱਕ ਰਹਿੰਦੀ, ਕੋਈ ਤਕਲੀਫ ਹੀ ਨਹੀਂ ਸੀ, ਕੋਈ ਖੁਦਕਸ਼ੀ ਨਹੀਂ ਸੀ। ਆ ਚੱਕਰ ਹੈ। ਇਹ ਸਮਝਣ ਦੀ ਕੋਸ਼ਿਸ਼, ਕੋਈ ਐਡੀ ਔਖਾ ਸਵਾਲ ਨਹੀਂ, ਬੜਾ ਸਿੰਪਲ ਸਵਾਲ ਹੈ। ਜਿਹੜੀ ਆਹ ਬਿਜਲੀ ਸੈਕਟਰ ਦੇ ਨਿੱਜੀ ਹੱਥਾਂ 'ਚ ਦੇਣ ਵਾਲਾ ਬਿਜਲੀ ਸੋਧ ਬਿੱਲ ਬਾਰੇ ਗੱਲ ਕਰਦੇ ਪਏ, ਉਹ ਡਿਮਾਂਡ ਗਲਤ ਹੈ ਕਿਸਾਨਾਂ ਦੀ? ਬਿਜਲੀ ਸੋਧ ਬਿੱਲ ਜੇ ਬਿਜਲੀ ਇਸ ਵੇਲੇ ਸਾਨੂੰ ਇਕੋਨਮੀ ਮੇਰੀ ਖੇਤੀ ਦੀ ਅਗਰ ਇੱਦਾਂ ਦੀ ਹੋਵੇ ਕਿ ਮੈਂ ਬਿਜਲੀ ਦੇ ਬਿੱਲ ਦੇ ਸਕਾਂ ਤੇ ਮੈਨੂੰ ਬਿਜਲੀ ਮਾਫ ਕਰਾਉਣ ਦੀ ਲੋੜ ਨਹੀਂ। ਬਿਜਲੀ ਦੀ ਕੀਮਤ ਜਿੰਨੀ ਮਰਜ਼ੀ ਹੋਵੇ, ਅਗਰ ਉਹ ਮੇਰੀ ਖੇਤੀ ਵਿੱਚ ਰਿਫਲੈਕਟ ਹੋ ਕੇ ਮੈਨੂੰ ਉਹਦੇ ਤੇ ਮੁਨਾਫਾ ਆਉਂਦਾ ਹੋਵੇ ਤੇ ਮੈਨੂੰ ਦੇਣ ਦੀ ਕੋਈ ਤਕਲੀਫ ਨਹੀਂ। ਲੇਕਿਨ ਇਸ਼ੂ ਇਹ ਹੈ ਕਿ ਮੇਰੀ ਖੇਤੀ ਦੇ ਉੱਤੇ ਜਨਾਬ ਅਲੀ ਘੇਰਾਬੰਦੀ ਜਿਹੜੀ ਕੀਤੀ ਹੋਈ ਨਾ, ਜਿਹੜੀ
ਉਹ ਘੇਰਾਬੰਦੀ ਜਿਹੜੀ ਮੈਂ ਅੱਗੇ ਵੀ ਗੱਲ ਕਰ ਰਿਹਾ, ਉਸ ਘੇਰਾਬੰਦੀ ਕਰਕੇ ਮੇਰੀ ਇਕਨੋਮੀ ਇੱਥੇ ਤੱਕ ਨਹੀਂ ਜਾ ਰਹੀ ਕਿ ਮੈਂ ਬਿਜਲੀ ਦੇ ਬਿੱਲ ਦੇ ਸਕਾਂ। ਸਰ ਘੇਰਾਬੰਦੀ ਸਮਝਾਓ ਨਾ, ਕਿੰਨੇ ਕੀਤੀ ਹੋਈ ਹੈ, ਕੀ ਘੇਰਾਬੰਦੀ ਹੈ? ਸਮਝੋ। ਓਕੇ, ਸਿੰਪਲ ਜੀ ਮੈਂ ਤੁਹਾਨੂੰ ਦੱਸਣਾ। ਫਿਰ ਮੈਂ, ਤੁਸੀਂ ਆਖੋਗੇ ਸਾਰੇ ਦੇਸ਼ ਦੀ ਗੱਲ ਕਿਉਂ ਨਹੀਂ ਕਰਦਾ, ਮੈਂ ਪੰਜਾਬ ਦੀ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਪੰਜਾਬ ਵਿੱਚ ਜਿਹੜੀ ਐਗਰੀਕਲਚਰ ਪ੍ਰੋਡਿਊਸ ਹੈ, ਅਗਰ ਉਹ ਪੰਜਾਬ ਵਿੱਚ ਸਰਪਲਸ ਹੈ, ਉਹਨੂੰ ਪੰਜਾਬੋਂ ਬਾਹਰ ਜਾਣ ਦੇ ਉੱਤੇ ਜਿਹੜੀ ਪੰਜਾਬ ਦੀ ਹੱਦ ਹੈ ਉਹਦੇ ਉੱਤੇ ਪੁਲਿਸ ਲਾ ਦਿੱਤੀ ਜਾਏ ਵੀ ਇੱਦੋਂ ਤੂੰ ਬਾਹਰ ਨਹੀਂ ਖੜ ਸਕਦਾ, ਤੇ ਘੇਰਾਬੰਦੀ ਨਹੀਂ। ਨੰਬਰ 1। ਨੰਬਰ 2, ਰਿਜ਼ਰਵ ਬੈਂਕ ਆਫ ਇੰਡੀਆ ਨੂੰ ਹੁਕਮ ਦੇ ਦਿੱਤਾ ਜਾਏ ਕਿ ਪ੍ਰਾਈਵੇਟ ਪਰਚੇਜ਼ ਕਣਕ ਦੀ ਨਹੀਂ ਹੋਏਗੀ, ਇਹ ਘੇਰਾਬੰਦੀ ਨਹੀਂ। ਨੰਬਰ 3, ਜੇ ਰੋਡ ਟਰਾਂਸਪੋਰਟ ਨੂੰ ਹੁਕਮ ਦੇ ਦਿੱਤਾ ਜਾਏ ਕਿ ਕਣਕ ਟਰੱਕਾਂ ਦੇ ਉੱਤੇ ਪੰਜਾਬੋਂ ਬਾਹਰ ਕੋਈ ਨਹੀਂ ਖੜ ਸਕੇਗਾ, ਕੀ ਇਹ ਘੇਰਾਬੰਦੀ ਨਹੀਂ? ਕੀ ਰੇਲ ਨੂੰ ਅਗਰ ਇਹ ਇੰਸਟਰਕਸ਼ਨ ਦੇ ਦਿੱਤੀਆਂ ਜਾਣ ਕਿ ਸਪੈਸ਼ਲ ਰੇਲ ਦੀਆਂ ਅਗਰ ਕੋਈ ਇਥੋਂ ਕਣਕ ਖੜਨੀ ਚਾਹੇ ਤੇ ਉਹ ਨਹੀਂ ਖੜੇਗਾ, ਇਹ ਕੀ ਇਹ ਘੇਰਾਬੰਦੀ ਨਹੀਂ? ਇਹ ਆ ਜਨਾਬ ਘੇਰਾਬੰਦੀ, ਸਿੰਪਲ ਹੈ। ਅੱਛਾ, ਇਹਦਾ ਮਤਲਬ ਤੁਸੀਂ ਓਪਨ ਮਾਰਕੀਟ ਦੇ ਹੱਕ ਵਿੱਚ ਹੋ? ਮਾਰਕੀਟ ਦੇ ਹੱਕ 'ਚ। ਇਹਦਾ ਮਤਲਬ ਜਿਹੜੇ ਉਹ ਖੇਤੀ ਕਾਨੂੰਨਾਂ ਵਿੱਚ ਗੱਲ ਕਹੀ ਜਾ ਰਹੀ ਸੀ ਉਹ ਸਹੀ ਸੀ? ਇਹਦਾ ਮਤਲਬ ਹੈ ਜਿਹੜੀ ਖੇਤੀ ਕਾਨੂੰਨਾਂ ਵਿੱਚ ਮਾਰਕੀਟ ਆਉਣ ਵਾਲੀ ਗੱਲ ਹੈ ਉਹ ਪੂਰੀ ਤਰ੍ਹਾਂ ਨਹੀਂ, ਲੇਕਿਨ ਅੱਗੇ ਨੂੰ ਕਦਮ ਹੋ ਸਕਦਾ ਹੋਵੇ, ਲੇਕਿਨ ਡਿਸਕਸ਼ਨ ਹੁੰਦੀ ਤਾਂ ਪਤਾ ਲੱਗਦਾ ਨਾ। ਉਹ ਡਿਸਕਸ਼ਨ ਹੀ ਨਹੀਂ ਹੋਣ ਦਿੱਤੀ। ਸਰ ਉਹ ਡਿਸਕਸ਼ਨ ਨਹੀਂ ਹੋਈ? ਪਰ ਤੁਸੀਂ ਆਪਦਾ ਇੱਕ ਵਿਊ ਪੁਆਇੰਟ ਤਾਂ ਰੱਖੋ ਨਾ ਸਰ, ਤੁਸੀਂ ਐਡੇ ਵੱਡੇ ਲੀਡਰ ਹੋ ਸਰ, ਤੁਸੀਂ ਅੰਦੋਲਨਾਂ ਦੀ ਅਗਵਾਈ ਕੀਤੀ ਹੈ, ਮਾਨ ਸਾਹਿਬ ਤੁਹਾਡਾ ਜ਼ਿਕਰ ਹੁੰਦਾ ਸਾਰੇ ਕਿਤੇ, ਜਿੱਥੇ ਤੁਸੀਂ ਬਹਿੰਦੇ ਹੋ, ਜਿੱਥੇ ਤੁਸੀਂ ਉੱਠਦੇ ਹੋ, ਤੁਹਾਡੀ ਇੱਕ ਪ੍ਰੈਸ ਰਿਲੀਜ਼ ਆਉਂਦੀ ਹੈ ਤੇ ਸਾਨੂੰ ਇਹ ਇੰਟਰਵਿਊ ਕਰਨੀ ਪੈ ਰਹੀ ਹੈ। ਬਿਲਕੁਲ ਠੀਕ ਹੈ ਮਾਨ ਸਾਹਿਬ ਤੁਸੀਂ ਇਹਦੀ ਸਟੇਟਮੈਂਟ ਦਿਓ ਨਾ ਵੀ ਉਹ ਖੇਤੀ ਕਾਨੂੰਨ ਹੈ, ਕਿਸਾਨਾਂ ਦੇ ਹਿੱਤ ਵਿੱਚ ਸੀਗਾ, ਕਿਸਾਨ ਜਥੇਬੰਦੀਆਂ ਨੇ ਗਲਤ ਕੀਤਾ ਅੰਦੋਲਨ ਛੇੜ ਕੇ। ਉਹ ਜਿਹੜਾ ਉਹਦੇ 'ਚੋਂ ਮੈਂ ਤੁਹਾਨੂੰ ਇੱਕ ਟੂਕ ਦੱਸ ਰਿਹਾ, ਬਾਕੀ ਤਾਂ ਸਾਰੀਆਂ ਹੈਗੀਆਂ ਨੇ। ਜਿਹੜੀ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਡਿਲਿਊਟ ਕਰਨ ਦੀ ਗੱਲ ਸੀ, ਉਹ ਮਾੜੀ ਸੀ। ਐਸੈਂਸ਼ੀਅਲ ਕਮੋਡਿਟੀ ਵਿੱਚ ਐਵੇਂ ਹੀ ਨਹੀਂ ਹਰ ਥਾਂ ਦੇ ਉੱਤੇ ਲੱਗਾਗਾ, ਲੇਕਿਨ ਮੈਂ ਫਿਰ ਵੀ ਸਮਝਦਾ ਕਿ ਉਹਨੂੰ 9th ਸ਼ਡਿਊਲ 'ਚੋਂ ਕੱਢਣਾ ਚਾਹੀਦਾ ਸੀ। ਐਸੈਂਸ਼ੀਅਲ ਕਮੋਡਿਟੀ ਐਕਟ ਨੂੰ 9th ਸ਼ਡਿਊਲ 'ਚੋਂ ਬਰੀ ਕਰ ਦੇਣਾ ਚਾਹੀਦਾ। ਉਹਦੇ ਨਾਲ ਮੇਰਾ ਹੱਕ ਬਣ ਜਾਏਗਾ ਕਿ ਜੇ ਮੇਰੇ ਨਾਲ ਐਸੈਂਸ਼ੀਅਲ ਕਮੋਡਿਟੀ ਵੱਲੋਂ ਕੋਈ ਧੱਕਾ ਹੁੰਦਾ ਹੈ ਤੇ ਮੈਂ ਕਮ ਸੇ ਕਮ ਕੋਰਟ ਦਾ ਸਹਾਰਾ ਤੇ ਲੈ ਸਕਾਂਗਾ ਕਿ ਜਨਾਬ ਮੇਰੇ ਨਾਲ ਧੱਕਾ ਸਰਕਾਰ ਕਰਦੀ ਪਈ ਹੈ, ਮੈਨੂੰ ਇਜਾਜ਼ਤ ਦਿਓ ਮੇਰੀ ਚੀਜ਼ ਜਿੱਥੇ ਚਾਹਾਂ ਵੇਚਣ ਦੀ। ਚਲੋ ਇਹ ਹੈ। ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ ਸਰ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਬਹੁਤ ਸਾਰੇ ਸਵਾਲ ਹੈ, ਪੁੱਛਣੇ ਲਾਜ਼ਮੀ ਹੈ ਕਿ ਕੋਸ਼ਿਸ਼ ਕਰਾਂਗੇ ਜਿੰਨਾ ਸਾਡੇ ਕੋਲ ਸਮਾਂ ਹੈਗਾ ਉਹਦੇ ਵਿੱਚ ਉਹ ਸਵਾਲ ਆ ਜਾਣ। ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਭੁਪਿੰਦਰ ਸਿੰਘ ਮਾਨ ਹਰਾਂ ਨੇ ਖੇਤੀ ਨੂੰ ਬਹੁਤ ਨੇੜਿਓਂ ਦੇਖਿਆ, ਖੁਦ ਕਿਸਾਨ ਹੈ, ਮਿੱਟੀ 'ਚ ਮਿੱਟੀ ਹੋਏ ਹੋ ਤੁਸੀਂ ਮਾਨ ਸਾਹਿਬ। ਮਾਨ ਸਾਹਿਬ ਇੱਕ ਕਿਸਾਨ ਇਹ ਡਿਮਾਂਡ ਕਰਦੇ ਪਏ WTO 'ਚੋਂ ਇੰਡੀਆ ਨੂੰ ਬਾਹਰ ਆ ਜਾਣਾ ਚਾਹੀਦਾ, ਇਹ ਪੋਸੀਬਲ ਹੈ? ਮੈਨੂੰ ਲੱਗਦਾ ਹੈ ਉਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ, ਕਿਸਾਨਾਂ ਨੂੰ। ਇਟਸ ਨਾਟ ਵਾਇਬਲ। ਉਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ, ਉਹਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਇੱਕ ਉਹ ਜਿਹੜੀ ਗੱਲ ਕਹਿੰਦੇ ਜ਼ਮੀਨ ਅਕਵਾਇਰ ਕਰਨ ਸੰਬੰਧੀ ਜਿਹੜਾ 2013 ਦਾ ਐਕਟ ਹੈ, ਉਹਦੇ ਬਾਬਤ ਵੀ ਉਹਨਾਂ ਦੇ ਸ਼ੰਕੇ ਹੈਗੇ ਆ ਕਿ ਕੇਂਦਰ ਸਰਕਾਰ ਨੇ ਜਿਹੜੇ ਸੂਬਿਆਂ ਨੂੰ ਆਦੇਸ਼ ਦਿੱਤੇ ਆ, ਉਹ ਡਿਮਾਂਡ ਉਹਨਾਂ ਦੀ ਸਹੀ ਹੈ ਸਰ? ਦੇਖੋ ਇਹ ਸਾਰੀਆਂ ਜਿਹੜੀਆਂ ਡਿਮਾਂਡਸ ਨੇ, 1 ਜਾਂ 12 14 15, ਮੈਂ ਤੁਹਾਨੂੰ ਇੱਕ ਦੱਸਾਂ ਕਿ ਸਾਰੇ ਧਰਨੇ ਨੇ। ਇਸ ਵੇਲੇ ਮੈਂ ਤੁਹਾਨੂੰ ਦੱਸਾਂ ਇੱਕ ਮੁਸ਼ਕਲ ਆ ਰਹੀ ਹੈ ਪੰਜਾਬ ਵਿੱਚ, ਉਹ ਆ ਰਹੀ ਹੈ ਕਿ ਜਾ ਕੇ ਤੇ ਹਫਤਾ ਲੈਣ ਵਾਲੀ ਜਿਵੇਂ ਗੱਲ ਹੋ ਗਈ ਹੋਈ ਹੈ ਨਾ, ਭਈ ਦਿਓ ਉੱਥੇ ਧਰਨਾ ਲਗਾਇਆ, ਦਿਓ ਇਹਨੇ, ਇਹ ਲੋਕੀ ਘਬਰਾਏ ਹੋਏ ਨੇ। ਇਹਨਾਂ ਨੂੰ ਜਿਹੜੇ ਧਰਨੇ ਵਾਲੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਭਈ ਇੱਦਾਂ ਦੀ ਜਿਹੜੀ ਇਮੇਜ ਹੈ ਜਿਹੜੀ ਪਿੰਡਾਂ ਵਿੱਚ ਘਰਾਂ ਵਿੱਚ ਬਣ ਰਹੀ ਹੈ ਹਫਤਾ ਲੈਣ ਵਾਲੇ ਵਰਗਿਆਂ ਵਰਗੀ, ਅਸੀਂ ਸੁਣਦੇ ਆਏ ਹਾਂ ਵੀ ਫਲਾਣੇ ਥਾਂ ਤੋਂ ਚੱਲਦਾ ਹੈ, ਇਹ ਠੀਕ ਨਹੀਂ ਹੈਗੀ, ਇਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ। ਤੁਸੀਂ ਸਿੱਧੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹੋ ਕਿ ਉਹ ਪੈਸੇ ਕਮਾ ਰਹੇ ਆ, ਜਥੇਬੰਦੀਆਂ ਪੈਸੇ ਬਣਾ ਰਹੀਆਂ? ਕਾਫੀ ਕਿਸਮ ਦਾ ਮੈਨੂੰ ਲੱਗਦਾ ਹੈ ਕਿ ਵੇਖੋ ਨਾ,
ਬਿਜ਼ਨਸ ਵਾਂਗੂ ਇੱਕ ਜਿਹੜਾ ਕੋਈ ਚੱਲਦਾ ਹੋਵੇ ਉਹਨੂੰ ਹੋਰ ਅੱਗੇ ਚਲਾਈ ਜਾਈਦਾ, ਕਰਦੀ ਜਾਈਦਾ। ਮੈਨੂੰ ਲੱਗਦਾ ਵੀ ਇਹ ਜਿਸ ਤਰੀਕੇ ਨਾਲ ਬਜਾਏ ਇਸ ਦੇ ਕਿ ਬਰੀਕੀ ਨਾਲ ਚੀਜ਼ਾਂ ਨੂੰ ਸੋਚਿਆ ਜਾਏ, ਚਲੋ ਮੈਂ ਸਮਝਿਆ ਸਿੰਪਲ ਜਾਏ। ਸਵਾਲ ਕਰਦਾ ਮਾਨ ਸਾਹਿਬ ਜੀ ਕਰੋ। ਤੁਸੀਂ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸਵਾਲ ਚੁੱਕਿਆ ਬਹੁਤ ਵੱਡਾ, ਉਹਨਾਂ ਕਿਸੇ ਦੀ ਵੀ ਕੋਈ ਜਾਇਦਾਦ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੇ ਸਰੋਤਾਂ ਤੋਂ ਵੱਧ ਬਣੀ ਹੋਈ ਹੈ, ਤੁਸੀਂ ਉਹਦੇ ਵਿਰੁੱਧ ਇਨਕੁਆਇਰੀ ਖੁਲਵਾ ਲਓ। ਨਹੀਂ, ਮੈਂ ਕਿਉਂ ਇਹ ਗੱਲ ਕਰਾਂ, ਮੈਂ ਕਿਉਂ ਇਹ ਸੋਚਾਂ? ਲੇਕਿਨ ਅਗਰ ਇਹ ਸਾਰੀ ਇਧਰ ਹਵਾ ਵਿੱਚ ਇਹ ਗੱਲ ਚੱਲਦੀ ਪਈ ਹੈ, ਜਿੱਥੇ ਜਿੱਥੇ ਗੱਲਾਂ ਆ ਰਹੀਆਂ ਨੇ ਮੇਰੇ ਮਨ 'ਚ ਆਉਂਦੀਆਂ ਨੇ, ਸ਼ੱਕ ਮੈਂ ਕਿਉਂ ਨਾ ਕਰਾਂ? ਤੁਹਾਨੂੰ ਸ਼ੱਕ ਹੈ ਉਹਨਾਂ ਤੇ? ਕਿਉਂ ਨਾ ਕਰਾਂ? ਕਿਉਂਕਿ ਜਿਹੜੀ ਜ਼ਿੱਦਬਾਜ਼ੀ ਹੈ ਉਹ ਸ਼ੱਕ ਪੈਦਾ ਕਰਦੀ ਹੈ। ਤੁਸੀਂ ਇੱਕ ਹੰਕਾਰ ਸ਼ਬਦ ਵਰਤਿਆ, ਹੰਕਾਰ ਵੀ ਵਰਤਦਾ। ਸ਼ੱਕ ਤੁਹਾਨੂੰ ਇਹ ਵੀ ਹੈ ਕਿ ਪੋਲੀਟੀਕਲ ਮੋਟਿਵ ਵੀ ਹੋ ਸਕਦਾ ਹੈ ਇਹਨਾਂ ਦੇ ਪਿੱਛੇ, ਤੁਹਾਨੂੰ ਲੱਗਦਾ? ਕਿਉਂਕਿ ਉਸ ਤੋਂ ਪਹਿਲਾਂ ਮੇਰਾ ਸਵਾਲ ਸੁਣ ਲੈ ਲਓ ਸਰ ਪਹਿਲਾਂ ਪੂਰਾ। ਜਦੋਂ ਪਹਿਲਾਂ ਕਿਸਾਨ ਅੰਦੋਲਨ ਸੀਗਾ ਉਦੋਂ ਵੀ ਇਹ ਸਵਾਲ ਚੁੱਕੇ ਗਏ ਸੀਗੇ, ਖਾਲਿਸਤਾਨੀ ਅੱਤਵਾਦੀ ਪਤਾ ਨਹੀਂ ਕੀ ਉਹਨਾਂ ਦੇ ਨਾਲ ਸ਼ਬਦ ਜੋੜੇ ਗਏ ਸੀਗੇ, ਉਦੋਂ ਵੀ ਇਹ ਸਵਾਲ ਚੁੱਕਿਆ ਗਿਆ ਪੋਲੀਟੀਕਲ ਮੋਟੀਵੇਟਡ ਇਹ ਅੰਦੋਲਨ ਹੈ। ਤੇ ਅੱਜ ਦੀ ਤਰੀਕ ਵਿੱਚ ਇਹ ਸਵਾਲ ਹੈ ਤੁਹਾਨੂੰ ਲੱਗਦਾ? ਤੁਸੀਂ ਮੈਨੂੰ ਆਪ ਦੱਸੋ ਭਈ ਪੋਲੀਟੀਕਲ ਪਾਰਟੀਆਂ ਦੇ ਇਹਨਾਂ ਦੇ ਗਰੁੱਪ ਵਿੱਚ ਹੈ ਨਹੀਂ ਹੈ ਨੇ ਜਿਹੜੇ ਹਰਾ ਝੰਡਾ ਤੇ ਅੰਦਰ ਲਾਲ ਕਮੀਜ਼? ਉਹ ਦੱਸੋ, ਜੇ ਪੋਲਿਟਿਕਸ ਕਰਨੀ ਹੈ ਤਾਂ ਯਾਰ ਸਿੱਧੇ ਹੋ ਕੇ ਕਰੋ, ਪਤਾ ਲੱਗੇ ਭਈ ਅਸੀਂ ਪੋਲਿਟਿਕਸ ਕਰਦੇ ਪਏ ਹਾਂ। ਇਦਾਂ ਕਿਉਂ ਕਰਦੇ ਹਾਂ? ਤਾਂ ਲੱਗਦਾ ਹੈ ਪੋਲਿਟਿਕਸ ਕਰਦੇ ਪਏ ਸਾਰੇ ਲੋਕ। ਦੇਖੋ, ਮੇਰਾ ਸ਼ੱਕ ਕਰਨਾ ਬਣਦਾ। ਤੁਸੀਂ ਸ਼ੱਕ ਇਹਨਾਂ ਸਾਰਿਆਂ ਤੇ ਕਰ ਰਹੇ ਹੋ, ਤੁਸੀਂ ਖੇਤੀ ਕਾਨੂੰਨਾਂ ਤੇ ਸ਼ੱਕ ਨਹੀਂ ਪ੍ਰਗਟਾ ਰਹੇ, ਜਿਹੜੇ 3 ਖੇਤੀ ਕਾਨੂੰਨ ਰੱਦ ਕੀਤੇ ਸਰਕਾਰ ਨੇ, ਉਹਨਾਂ ਤੇ ਤੁਹਾਨੂੰ ਕੋਈ ਸ਼ੱਕ ਨਹੀਂ? ਨਹੀਂ, ਇਸ ਕਰਕੇ ਨਹੀਂ ਕਰ ਰਿਹਾ ਵੀ ਉਹ ਜਿਹੜੀ ਖਤਮ ਹੋ ਗਈ ਚੀਜ਼ ਉਹਦੇ ਤੇ ਇਸ ਵੇਲੇ ਕਰਾਂ। ਲੇਕਿਨ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਦੱਸੀਆਂ ਨੇ ਭਈ, ਜਿਵੇਂ ਅੱਜ ਵੀ ਮੈਂ ਹੁਣ ਦੁਬਾਰਾ ਦੱਸ ਦਿੰਦਾ, 3 ਵਾਰੀ ਦੱਸ ਦਿੰਦਾ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਸਾਡੇ ਉੱਤੇ ਸਾਰਿਆਂ ਤੋਂ ਵੱਡਾ ਘਾਤਕ ਹਮਲਾ ਹੈ, ਔਰ ਉਹਨੂੰ 9th ਸ਼ਡਿਊਲ ਵਿੱਚ ਵਿਧਾਨ ਦੇ ਚ ਪਾਇਆ ਹੋਣਾ। ਮੇਰਾ ਇਹ ਦੇਸ਼ ਦੇ ਨਾਗਰਿਕ ਹੋਣ ਤੇ ਜਦੋਂ ਮੇਰਾ ਹੱਕ ਹੈ ਕਿ ਹਰ ਇੱਕ ਦਾ ਨਿਆਂ, ਹਰ ਇੱਕ ਦਾ ਬਰਾਬਰ ਹੈ, ਤੇ ਮੈਨੂੰ ਉਹ ਨਿਆਂ ਲੈਣ ਦੀ ਰੁਕਾਵਟ ਕਿਉਂ ਹੈ? ਇਹ ਕਿਉਂ ਨਹੀਂ ਚੁੱਕਿਆ ਜਾ ਰਿਹਾ? ਤੁਹਾਨੂੰ ਕਾਨੂੰਨ ਦੀ ਵੀ ਬੜੀ ਸਮਝ ਹੈ, ਤੁਹਾਨੂੰ ਖੇਤੀ ਦੇ ਬੀਜਾਂ ਬਾਰੇ ਵੀ ਸਮਝ ਹੈ, ਤੁਹਾਨੂੰ ਅਰਥ ਸ਼ਾਸਤਰ ਬਾਰੇ ਵੀ ਸਮਝ ਹੈ। ਮਾਨ ਸਾਹਿਬ ਸਵਾਲ ਇਹ ਹੈ, ਜਦੋਂ ਇੱਕ ਕਿਸਾਨ ਤੋਂ ਦੀ ਜ਼ਮੀਨ ਇਹ ਕਹਿ ਕੇ ਲਈ ਜਾਂਦੀ ਹੈ ਕਿ ਅਸੀਂ ਇਸ ਤੇ ਕੋਈ ਇੰਡਸਟਰੀ ਲਾਵਾਂਗੇ, ਤੇ ਉਸ ਤੋਂ ਬਾਅਦ ਉਸ ਇੰਡਸਟਰੀ ਜਗ੍ਹਾ ਤੇ ਕੁਝ ਹੋਰ ਬਣ ਜਾਂਦਾ, ਉਦੋਂ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਲਾ ਸਾਡਾ ਬਣਿਆ ਹੋਇਆ ਗਲਤ ਹੈ? ਲੇਕਿਨ ਫਿਰ ਮੈਂ ਇੱਥੇ ਲੇਕਿਨ ਲਾ ਕੇ ਇਹ ਕਹਾਂਗਾ ਕਿ ਕਿਸਾਨ ਨੂੰ ਕਿਉਂ ਨਹੀਂ ਹਾਲੀ ਤਿੱਕਰ ਉਹਦੇ ਹੱਥ ਵਿੱਚ ਕੈਪੀਟਲ, ਉਹਦੇ ਹੱਥ 'ਚ ਬੱਚਤ ਆਉਣ ਦਿੱਤੀ ਗਈ ਕਿ ਆਪ ਇੰਡਸਟਰੀ ਲਾਵੇ? ਆ ਇਸ਼ੂ ਜਿਹੜਾ ਕਿ ਇਸ਼ੂ ਇਸ ਵੇਲੇ ਨਹੀਂ ਚੁੱਕਿਆ ਜਾ ਰਿਹਾ। ਕਿਵੇਂ ਆਊਗੀ ਬੱਚਤ, ਮੈਨੂੰ ਦੱਸੋ। ਕਿਸਾਨ ਆਪਦੇ ਆਪ ਚੱਕ ਕੇ ਚੱਲ ਜੂਗਾ, ਪਾਕਿਸਤਾਨ ਮੇਰੀ ਫਸਲ ਲੈ ਲਓ, ਆਪਣੇ ਆਪ ਚੱਲ ਜੂਗਾ, ਜਾਪਾਨ ਮੇਰੀ ਫਸਲ ਲੈ ਲਓ। ਫਿਰ ਤੁਸੀਂ ਉਹ ਪਤਾ ਨਹੀਂ ਕਿੱਦਾਂ ਦੀ ਸਮਝਦੇ ਹੋ। ਇਦਾਂ ਨਹੀਂ ਹੋ ਸਕਦਾ, ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ ਹੈ, ਇਦਾਂ ਦਾ ਸਵਾਲ ਗਲਤ ਹੈ। MSP ਜਿਹੜੀ ਹੈ, ਜਾਂ ਜਿਹੜੀ ਮੈਂ ਤੁਹਾਨੂੰ ਘੇਰਾਬੰਦੀ ਦੱਸੀ ਹੈ, ਉਹ ਘੇਰਾਬੰਦੀ ਕਿਉਂ ਨਹੀਂ ਹਟਾਈ ਜਾਂਦੀ ਜੀ? ਤੁਸੀਂ ਉਹ ਫਿਰ ਘੇਰਾਬੰਦੀ ਵਾਲੇ ਪਾਸੇ ਆਉਣ ਨੂੰ ਤਿਆਰ ਕਿਉਂ ਨਹੀਂ ਗਏ? ਘੇਰਾਬੰਦੀ ਸਾਡੀ ਖੇਤੀ ਦੀ ਪੈਦਾਵਾਰ ਦੀ ਕੀਤੀ ਹੋਈ ਹੈ। ਉਹ ਘੇਰਾਬੰਦੀ ਜਿਹੜੀ ਹੈ ਇੱਕ ਬਿਲਕੁਲ ਉਹ ਹੈ ਜਿੱਦਾਂ ਇੱਕ ਦੁਸ਼ਮਣ ਦੇਸ਼ ਦੂਜੇ ਦੁਸ਼ਮਣ ਦੇਸ਼ ਲਈ ਘੇਰਾਬੰਦੀ ਸੈਂਕਸ਼ਨਸ ਕ੍ਰੀਏਟ ਕਰਦਾ ਹੈ। ਇਹ ਕਿਉਂ ਨਹੀਂ ਇਹਦੀ ਗੱਲ ਹੋ ਰਹੀ? ਘੇਰਾਬੰਦੀ ਕਰਨ ਵਾਲੇ ਕੌਣ ਆ ਸਰ, ਉਹ ਤਾਂ ਦੱਸ ਦਿਓ ਨਾ। ਉਹ ਤਾਂ ਤੁਸੀਂ ਦੱਸ ਦਿਓ। ਸਰਕਾਰ ਹੀ ਹੈ, ਸ਼ੁਰੂ ਦੀਆਂ ਸਰਕਾਰਾਂ ਨੇ, ਮਹਾਰਾਜ ਅੱਜ ਦੀ ਨਹੀਂ। ਇੱਕ ਮਿੰਟ ਸਰ, ਸਰਕਾਰ ਘੇਰਾਬੰਦੀ ਕਰਦੀ ਕਿਉਂ? ਕਿਸੇ ਨੂੰ ਫਾਇਦਾ ਦੇਣਾ ਤਾਂ ਘੇਰਾਬੰਦੀ ਕਰਦੀ ਹੈ ਨਾ, ਜਾਂ ਸਰਕਾਰ ਨੇ ਆਪ ਫਾਇਦਾ ਲੈਣਾ? ਨਹੀਂ, ਸਰਕਾਰ ਹੈ ਕੌਣ? ਸਰਕਾਰ ਇੱਕ ਸਿਸਟਮ ਹੈ। ਉਹ ਸਿਸਟਮ ਦੇ ਵਿੱਚ ਕੁਝ ਲੋਕ ਨੇ, ਉਹ ਲੋਕ ਉਹਨਾਂ ਦੇ ਇੰਟਰਸਟ ਨੇ, ਉਹਨਾਂ ਇੰਟਰਸਟ ਨੂੰ ਵਾਚ ਕਰਨ ਲਈ ਕੁਝ ਉਹਨਾਂ ਦੇ ਵਿੱਚੋਂ ਕੁਝ ਕਰਵਾਉਂਦੇ ਨੇ, ਔਰ ਉਹਦੇ ਨਾਲ ਸਾਡੀ ਘੇਰਾਬੰਦੀ ਹੁੰਦੀ ਪਈ ਹੈ। ਔਰ ਤੁਸੀਂ ਮੈਨੂੰ ਦੱਸੋ, ਤੁਸੀਂ ਮੈਨੂੰ ਦੱਸੋ, ਮੇਰਾ ਹੱਕ ਨਹੀਂ ਨਿਆਂ ਲੈਣ ਦਾ? ਮੇਰਾ ਹੱਕ ਨਹੀਂ? ਜੇ ਅਗਰ ਮੇਰੇ ਨਾਲ ਕੋਈ ਜ਼ਿਆਦਤੀ ਹੁੰਦੀ ਹੈ ਤੇ ਮੈਂ ਕੋਰਟ ਵਿੱਚ ਜਾ ਸਕਾਂ, ਆਨਰੇਬਲ ਜੱਜ ਸਾਹਿਬ ਕੋਲ ਜਾ ਸਕਾਂ ਵੀ ਜਨਾਬ ਮੇਰੇ ਨਾਲ ਜ਼ਿਆਦਤੀ ਹੋ ਰਹੀ ਹੈ, ਦੱਸੋ। ਮੇਰਾ ਹੱਕ ਹੋਣਾ ਚਾਹੀਦਾ, ਔਰ ਮੇਰਾ ਹੱਕ 9ਵੇਂ ਸ਼ਡਿਊਲ ਵਿੱਚੋਂ ਖੋਇਆ ਹੋਇਆ। ਤੁਸੀਂ ਇਹਨੂੰ ਪੜ੍ਹ ਲਓ। ਤੁਸੀਂ ਅੰਦੋਲਨ ਦੇ ਖਿਲਾਫ ਹੋ? ਕਿਹੜੇ ਅੰਦੋਲਨ ਦੇ?
ਕੋਈ ਵੀ ਅੰਦੋਲਨ ਜਾਂ ਕਿਸਾਨ ਜਿਹੜੀਆਂ ਆਹ ਡਿਮਾਂਡ ਰੱਖ ਕੇ ਅੰਦੋਲਨ ਚ ਨਹੀਂ ਅੰਦੋਲਨ ਦੇ ਖਿਲਾਫ ਨਹੀਂ, ਲੇਕਿਨ ਅੰਦੋਲਨ ਦੀ ਦਿਸ਼ਾ ਤੇ ਅੰਦੋਲਨ ਦਾ ਮਨ ਜਿਹੜਾ ਉਹ ਠੀਕ ਹੋਣਾ ਚਾਹੀਦਾ। ਨਹੀਂ, ਮਨ ਤੁਹਾਨੂੰ ਕੀ ਲੱਗਦਾ ਕਿ ਉਹ ਕਿਸੇ ਲਈ ਕੰਮ ਕਰਦੇ ਪਏ? ਵੈਸਟਡ ਇੰਟਰਸਟ ਨੇ ਵੱਖਰੇ ਵੱਖਰੇ, ਕਿਸੇ ਦਾ ਇੰਟਰਸਟ ਆਪਣਾ ਬਿਜ਼ਨਸ ਹੈ, ਕਿਸੇ ਦਾ ਇੰਟਰਸਟ ਆਪਣੀ ਬੇਸਿਕ ਪਿੱਛੇ ਬੈਠੀ ਪੋਲੀਟੀਕਲ ਪਾਰਟੀ ਹੈ, ਕਿਸੇ ਦਾ ਇੰਟਰਸਟ ਕੋਈ ਹੋਰ ਕਿੱਥੋਂ ਉਹਨਾਂ ਨੂੰ ਕੋਈ ਕਮਾਂਡ ਆ ਰਹੀ ਆ, ਉਹ ਹੈ ਮੈਨੂੰ ਕੀ ਪਤਾ, ਲੇਕਿਨ ਸਾਹਮਣੇ ਆ ਰਹੀ ਹੈ ਗੱਲ। ਤੁਸੀਂ ਆਪ ਬੜੇ ਅੰਦੋਲਨ ਕੀਤੇ ਆ ਸਰਕਾਰਾਂ, ਇਹ ਰੱਖ ਦਿਓ ਜੀ ਫੋਨ, ਸਰਕਾਰਾਂ ਆਪ ਤਾਂ ਨਹੀਂ ਅੰਦੋਲਨ ਕਰਵਾਉਂਦੀਆਂ? ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ। ਪਹਿਲੀ ਗੱਲ ਹੈ ਸਰਕਾਰ ਤੇ ਸਰਕਾਰ ਦੇ ਉੱਤੇ ਕਾਬਜ਼, ਇਹਨਾਂ ਦੋਵਾਂ ਨੂੰ ਸਾਨੂੰ ਨਿਖੇੜਨਾ ਪਏਗਾ। ਸਰਕਾਰ ਹੋਰ ਚੀਜ਼ ਹੈ, ਸਰਕਾਰ ਦੇ ਉੱਤੇ ਕਾਬਜ਼ ਲੋਕ ਜਿਹੜੇ ਨੇ ਉਹਨਾਂ ਦੇ ਇੰਟਰਸਟ ਕੁਝ ਹੋਰ ਹੋ ਸਕਦੇ ਨੇ, ਕਰਵਾ ਸਕਦੇ ਨੇ, ਐਸੀ ਗੱਲ ਨਹੀਂ, ਲੇਕਿਨ ਉਹਨਾਂ ਦੇ ਇੰਟਰਸਟ ਜ਼ਾਤੀ ਇੰਟਰਸਟ ਹੋਣਗੇ। ਜਦੋਂ ਤੁਹਾਨੂੰ ਇੱਕ ਸਵਾਲ ਕੀਤਾ ਜਾਂਦਾ ਮਾਨ ਸਾਹਿਬ, ਉਦੋਂ ਵੀ ਕੀਤਾ ਗਿਆ ਸੀਗਾ ਵੀ ਜਿੱਧਰ ਸੱਤਾ ਹੁੰਦੀ ਹੈ ਤੁਸੀਂ ਉਧਰ ਭੁਗਤੇ ਜਾਂਦੇ ਹੋ, ਇਹ ਸਵਾਲ ਤੰਗ ਕਰਦਾ ਤੁਹਾਨੂੰ? ਇਹ ਹੈ ਹੀ ਨਹੀਂ ਇਹ ਗੱਲ, ਤੰਗ ਤਾਂ ਮੈਨੂੰ ਤਾਂ ਕਰੇ ਨਾ ਜੇ ਇਹ ਗੱਲ ਹੋਵੇ, ਮੈਨੂੰ ਕੋਈ ਤੰਗ ਨਹੀਂ ਕਰਦਾ, ਕਿਉਂਕਿ ਇਹਦੇ 'ਚ ਫੈਕਟ ਨਹੀਂ ਹੈਗਾ। ਫੈਕਟ ਜਿਹੜੇ ਹੋਵੇ ਉਹ ਤੰਗ ਕਰਦਾ, ਮੇਰੇ ਇਹਦੇ 'ਚ ਕੋਈ ਫੈਕਟ ਹੀ ਨਹੀਂ। ਇੱਕ ਆਖਰੀ ਸਵਾਲ ਕਰ ਰਿਹਾ, ਕਰ ਲਓ। MSP ਦੇ ਉੱਤੇ ਕਾਨੂੰਨ ਬਣਾਉਣ ਦੀ ਮੰਗ ਹੈ ਜਿਹੜੀ, ਉਸ ਨੂੰ ਭੁਪਿੰਦਰ ਸਿੰਘ ਮਾਨ ਰਿਜੈਕਟ ਕਰਦੇ ਆ। MSP ਜਿਹੜੀ ਚੱਲਦੀ ਪਈ ਹੈ ਉਸ ਨੂੰ ਠੀਕ ਕਰਨਾ, ਕਿ ਉਹਦੇ 'ਚ ਜਬਰੀ ਪ੍ਰੋਕਿਉਰਮੈਂਟ ਨਾ ਹੋਵੇ, ਉਹਨੂੰ ਓਪਨ ਕਰਨਾ, ਇਹਦੇ ਨਾਲ ਸਾਰਾ ਕੁਝ ਹੀ ਕਲੀਅਰ ਹੁੰਦਾ। ਔਰ ਹਿੰਦੁਸਤਾਨ ਦੀ ਇਕੋਨਮੀ ਜਿੱਦਾਂ ਜਾਪਾਨ ਨੇ ਇੰਨੇ ਕੁ ਨੇ ਆਪਣੇ ਆਲੇ ਦੁਆਲੇ ਵਾਲੇ ਸਾਰਿਆਂ ਨੂੰ ਡਾਊਨ ਕਰ ਦਿੱਤਾ, ਇੱਦਾਂ ਅਸੀਂ ਵੀ ਕਰ ਸਕਦੇ ਹਾਂ। ਲੇਕਿਨ ਇੱਥੋਂ ਦੇ ਜਿਹੜੇ ਬੇਸਿਕ ਪ੍ਰੋਡਿਊਸਰ ਨੇ, ਪੈਦਾ ਕਰਨ ਵਾਲੇ ਉਤਪਾਦਕ ਨੇ, ਉਹਨਾਂ ਨੂੰ ਜੋ ਉਤਪਾਦਨ ਪੈਦਾ ਕਰਦੇ ਨੇ ਉਹਨਾਂ ਦੇ ਹੱਥ ਵਿੱਚ ਰਹਿਣ ਦਿਓ, ਤਾਂ ਕਿ ਉਹ ਇਹਨੂੰ ਆਪ ਡਿਵੈਲਪ ਕਰ ਦੇਣਗੇ। ਮੈਂ ਤਾਂ ਜਿੱਦਾਂ ਤੁਹਾਨੂੰ ਅੱਗੇ ਮਿਸਾਲ ਦਿੱਤੀ ਹੈ ਭਈ ਮੈਨੂੰ ਇਹ ਆਖਿਆ ਗਿਆ ਤੂੰ ਆਪਣੇ ਝੋਨੇ ਤੋਂ ਛਿਲਕਾ ਨਹੀਂ ਲਾ ਸਕਦਾ, ਕਿਉਂ ਆਹ ਸਵਾਲ। ਚਲੋ, ਬਹੁਤ ਧੰਨਵਾਦ ਭੁਪਿੰਦਰ ਸਿੰਘ ਮਾਨ, ਤੁਸੀਂ ਵਕਤ ਕੱਢਿਆ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ। ਇਹ ਸਨ ਭੁਪਿੰਦਰ ਸਿੰਘ ਮਾਨ। ਇਹਨਾਂ ਨੇ ਇੱਕ ਸਵਾਲ ਬਹੁਤ ਵੱਡੇ ਪੱਧਰ ਚੁੱਕਿਆ, ਘੇਰਾਬੰਦੀ। ਮੈਂ ਉਮੀਦ ਕਰਦਾ ਇਹ ਇੰਟਰਵਿਊ ਤੁਹਾਨੂੰ ਉਹ ਸਾਰੀ ਘੇਰਾਬੰਦੀ ਚੋਂ ਬਾਹਰ ਕੱਢ ਦੂਗੀ ਜਿਹੜੀ ਘੇਰਾਬੰਦੀ ਦਾ ਸਵਾਲ ਭੁਪਿੰਦਰ ਸਿੰਘ ਮਾਨ ਚੁੱਕਦੇ ਪਏ ਆ। ਇਹ ਹੁਣ ਤੁਹਾਡੀ ਸਮਝ 'ਤੇ ਨਿਰਭਰ ਕਰਦਾ ਕਿ ਤੁਸੀਂ ਇਸ ਘੇਰਾਬੰਦੀ ਨੂੰ ਕਿਸ ਤਰ੍ਹਾਂ ਸਮਝਦੇ ਹੋ। ਮੈਂ ਕੋਸ਼ਿਸ਼ ਕੀਤੀ ਆ ਸਵਾਲ ਦੇ ਜਵਾਬ ਲੈਣ ਦੀ, ਜਵਾਬ ਕਿੰਨੇ ਮਿਲੇ ਆ ਤੁਹਾਡੀ ਫੀਡਬੈਕ ਦਾ ਇੰਤਜ਼ਾਰ ਰਹੂਗਾ। ਬਹੁਤ ਧੰਨਵਾਦ।